महाराज ने मैनू ये ही अज तक तरक्की देती मैनू रब ने बहुत कुछ बच्चे बाहर गए आ कई कुछ होया आ ते असी मैं तो ये सोच भी नहीं सकता सी कि मैं इन्नी मेहनत करके इत्थे तक आ सकदा। मैं सेल करदा हुंदा सी कोई 50 रुपये कदी 40 रुपये वो सारी दिहाड़ी च मैं वट के लियाउंदा सी तां चेंज हुंदी सी 10 रुपये का नोट नहीं सी मिलदा सारी इदां हुंदे सी छुआनियां धेलियां 20 पैसे उस वेले चलदे हुंदे सीगे। मैं मतलब अपने दिल दे विच मैनू होया आ कि बहुत कुछ आ परमात्मा ने ऐतवार नूं मैं बंद रखदा आ ऐतवार नूं भी समोसे बेच ही सकदे हो मैनू किसी ने मना नहीं कीता। ऐतवार नूं मैं अपनी किते इंजॉय करना किते जाना किते रिश्तेदारी च गड्डी च जाना अगला कहता भी जे इन्ना शौक रखिया इन्हां नूं किसी वेले दिखाओ किसी देखे कोई तादी च शौक होंदा जे असीं सोने दी चैनी अंदर रखदे आ तो ਉਹਦਾ फायदा की है जे तुसीं पाओगे तो देखूगा कोई गहना पाओगे तो गहना दिसूगा। थल्लियों उठ के तां गया तैनूं जज आ गया मेरे नाल च ते मैं बड़ा अपने आप नूं कीता मैं कहा असीं तां जज्जां दे मोहरे असीं की चीज़ है कानून की धारा है सारी सैशन जज सामने आया तो मैनू देखण आया मैं कहता जी तुहानूं घर दे लैके आए नाल कहता इन्हां ने तुहाडे समोसे खाधे सीगे ते अज ये साडे कहंदा घर आए घर समोसे खाने इन्हां ने अज साडे गुआंढ कहंदे बई ये तुहानूं सिर्फ देखण आया भी ये कौन है रूस समोसे वाले। मैं जिस वेले उठना है तो मेरी अख खुली है 4 बजे पूरे राइट 4 बजे मैं उठ के आप ही मैं मैदा गुन्नना आ आप ही मैं जोर लाउणा आ आप ही मैं कटिंग करनी है कई कुछ करना छोले रखने आ मैदा रखना आ सारा कुछ पाउणा आ ते बुलाई सब कुछ आप मैं करनी हैगी आ आपदे हत्थां नाल। तो जे मैं ये काम अज करना हुंदा ना तो मेरा फेमस ना सी नहीं होना। कई बारी मैनू लोग आके दसदे आ कि रूज जी असीं ना एक दिन असीं समोसे तुसीं साडी दुकान बंद सी ते असीं दूसरी जगह तो समोसे लै गए तो साडे घरदियां ने जांदे जो टेबल ते रखे तो उन्होंने खाधे नहीं कहते ये रूस के समोसे नहीं है। एक दिन च तुसीं किन्ने समोसे बना के बेच दिंदे हो? ये तकरीबन कोई अजकल तो थोड़ा जिहा घट आ ना उदां 400-500 के करीब मैं बना सकदा। सूरज दियां किरणां वर्गे हुंदे ने टावें टावें तुरदे ने ओ सिखर दुपहरे तुरदे ना ओ छावें आखर नूं गढ़ दिंदे ने कलरां विच फाले लिखतां नूं धो दिंदे ने ਮਿਹਨਤਾਂ ਕਰਨ ਵਾਲੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਗਰਮਾ ਗਰਮ ਸਮੋਸੇ ਬਣਦੇ ਨੇ। ਇਹ ਸਮੋਸੇ ਬਣਾਉਣ ਪਿੱਛੇ ਕਹਾਣੀ ਕਿਵੇਂ ਸ਼ੁਰੂ ਹੁੰਦੀ ਹੈ, ਇਹ ਸਮੋਸੇ ਕਿਸ ਤਰ੍ਹਾਂ ਬਣਨੇ ਸ਼ੁਰੂ ਹੁੰਦੇ ਨੇ ਔਰ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਸਮੋਸਿਆਂ ਦੀ ਜਿਹੜੀ ਚਰਚਾ ਕਿਉਂ ਹੋ ਰਹੀ ਹੈ। ਜਿੱਥੋਂ ਜਿੱਥੋਂ ਲੋਕ ਜੇਕਰ ਪੰਜਾਬ 'ਚ ਜਦੋਂ ਵੀ ਆਉਂਦੇ ਨੇ ਤਾਂ ਨੂਰ ਮਹਿਲ ਦੇ ਕਿਸ਼ਨ ਲਾਲ ਰੂਸ ਦੇ ਸਮੋਸੇ ਨਾ ਕੋਈ ਖਾਵੇ ਇਹ ਕੋਈ ਕਦੇ ਹੋ ਨਹੀਂ ਸਕਿਆ। ਨੂਰ ਮਹਿਲ ਦੇ ਸਮੋਸੇ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਜਿਹੜਾ ਸ਼ੇਅਰ ਮੈਂ ਸਟਾਰਟਿੰਗ ਤੇ ਬੋਲਿਆ ਸੀ ਕਿ ਇਹ ਸ਼ਾਮੇ ਤੁਰਨ ਵਾਲੇ ਨਹੀਂ ਹੈ, ਇਹ ਸਿਖਰ ਦੁਪਹਿਰੇ ਤੁਰਦੇ ਨੇ ਕਿਉਂਕਿ ਸਿਖਰ ਦੁਪਹਿਰੇ ਤੋਂ ਉੱਤਰ ਜੋ ਕਮਾਈਆਂ ਕੀਤੀਆਂ ਨੇ ਅੱਜ ਉਸੇ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਨੂਰ ਮਹਿਲ ਦੇ ਸਮੋਸੇ। ਸੋ ਸਮੋਸੇ ਪਿੱਛੇ ਲੰਬੀ ਕਹਾਣੀ ਹੈ, ਕਿੱਥੋਂ ਕਿਵੇਂ ਸਫ਼ਰ ਸ਼ੁਰੂ ਹੁੰਦਾ ਇਹਨਾਂ ਸਮੋਸਿਆਂ ਦਾ ਔਰ ਸਮੋਸੇ ਵੇਚਣ ਵਾਲੇ ਕਿਸ਼ਨ ਲਾਲ ਰੂਸ ਦਾ। ਸੋ ਅੱਜ ਡੇਲੀ ਪੋਸਟ ਪੰਜਾਬੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਏ ਆ ਉਹਨਾਂ ਦੇ ਘਰ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅੰਕਲ ਜੀ, ਠੀਕ ਠਾਕ ਹੋ ਤੁਸੀਂ? ਹਾਂਜੀ ਹਾਂਜੀ ਠੀਕ ਹੈ ਜੀ। ਅਸੀਂ ਦੇਖ ਰਹੇ ਸੀ ਕਿ ਤੁਸੀਂ ਸਮੋਸੇ ਲਗਾਤਾਰ ਧੜਾਧੜ ਬਣਦੇ ਜਾ ਰਹੇ ਨੇ, ਤਾਜ਼ੇ ਤਾਜ਼ੇ ਸਮੋਸੇ ਨੇ, ਨਾਲ ਦੀ ਨਾਲ ਲੋਕ ਘਰ ਆ ਕੇ ਲੈ ਕੇ ਜਾਂਦੇ ਨੇ। ਇਹ ਸਮੋਸੇ ਬਣਾਉਣ ਦਾ ਸਫ਼ਰ ਕਿਵੇਂ ਸ਼ੁਰੂ ਹੁੰਦਾ ਹੈ? ਇਹ ਸਮੋਸੇ ਜੀ ਮੈਂ ਸ਼ੁਰੂ ਤੋਂ ਨਾ ਜਦੋਂ ਸਿੱਖ ਕੇ ਆਇਆ ਸੀ, ਮੈਂ ਸ਼੍ਰੀਨਗਰ ਗਿਆ ਸੀ ਕਸ਼ਮੀਰ ਅਤੇ ਮੈਂ ਛੋਟਾ ਜਿਹਾ ਸੀ ਉਦੋਂ 16 ਸਾਲ ਦੀ ਉਮਰ 'ਚ ਅਤੇ 1965 ਦੇ ਵਿੱਚ ਮੈਂ ਉੱਥੇ ਚਲਾ ਗਿਆ ਸੀ। ਤਾਂ ਮੈਂ ਉੱਥੇ ਥੋੜ੍ਹੀ ਜਿਹੀ ਮਿਹਨਤ ਕਰਦਾ ਰਿਹਾ ਅਤੇ ਮੈਨੂੰ ਉਸ ਵੇਲੇ ਸਿਰਫ 60 ਰੁਪਈਏ ਮਹੀਨੇ 'ਤੇ ਮੈਂ ਨੌਕਰੀ ਕਰਦਾ ਸੀ। ਸਿਰਫ ਭਾਂਡੇ ਭੁੰਡੇ ਧੋਣੇ ਉਹ ਕਰਨਾ ਆਹ ਕਰਨਾ ਚੱਕਰ ਕਰਨੀ। ਤਾਂ ਮੈਂ ਉਦੋਂ ਕੰਮ ਉਹਦੇ ਵਿੱਚ ਸ਼ਕਤੀ ਸਵੀਟ ਦੁਕਾਨ ਆ ਉੱਥੇ ਸ਼੍ਰੀਨਗਰ ਦੇ ਵਿੱਚ ਹੁਣ ਵੀ ਹੈਗੀ ਆ, ਇਹ ਰੈਜ਼ੀਡੈਂਸੀ ਰੋਡ ਦੇ ਉੱਤੇ ਆ, ਕਾਫੀ ਹਾਊਸ ਸਾਹਮਣੇ।
ਤੇ ਮੈਂ ਉੱਥੇ ਇਹ 3 ਸਾਲ ਨੌਕਰੀ ਕੀਤੀ ਆ ਉਸ ਦੇ ਵਿੱਚ ਸ੍ਰੀਨਗਰ ਜੀ ਇਹ ਸ਼ਕਤੀ ਸਵੀਟ ਵਾਲਿਆਂ ਦੀ। ਤਾਂ ਉਸ ਤੋਂ ਬਾਅਦ ਫਿਰ ਮੈਂ ਇੱਥੇ ਆ ਗਿਆ। ਇੱਥੇ ਆ ਕੇ ਤਾਂ ਮੈਂ ਫਿਰ ਥੋੜ੍ਹਾ ਬਹੁਤਾ ਛੋਟੀਆਂ ਦੁਕਾਨਾਂ ਦੇ ਉੱਤੇ ਥੋੜ੍ਹੀ ਨੌਕਰੀ ਕਰਦਾ ਰਿਹਾ ਮੈਂ, ਕਿਤੇ ਕੋਈ ਕਿਤੇ। ਤਾਂ ਬਾਅਦ ਦੇ ਵਿੱਚ ਮੈਨੂੰ ਇੱਦਾਂ ਲੱਗਾ ਕਿ ਮੇਰੀ ਜਿਹੜੀ ਜ਼ਿੰਦਗੀ ਆ, ਮੈਂ ਫਿਰ ਇੱਕ ਇਹ ਰੇਹੜੀ ਟੈਂਪਰੇਰੀ ਜਿਹੀ ਮੈਂ ਰੇਹੜੀ ਬਣਾਈ ਸੀਗੀ ਉਦੋਂ, ਇਹ ਲੱਕੜ ਦੀ। ਤਾਂ ਮੈਂ ਲੱਕੜ ਦੀ ਰੇਹੜੀ ਬਣਵਾ ਕੇ ਪਹੀਏ ਲਾ ਕੇ ਤਾਂ ਮੈਂ ਸ਼ੁਰੂਆਤ ਕੀਤਾ ਸੀ ਸਮੋਸਿਆਂ ਦਾ, ਕਿ ਮੈਂ ਇੱਥੇ ਸਮੋਸੇ ਵੇਚਾਂ। ਮੈਂ ਗਲੀਆਂ ਦੇ ਵਿੱਚ ਸਮੋਸੇ ਲੈ ਕੇ ਘੁੰਮਦਾ ਹੁੰਦਾ ਸੀਗਾ। ਤਾਂ ਮੇਰੇ ਕੋਲ ਹਜੇ ਤੱਕ ਵੀ ਘੰਟੀ ਲੱਗੀ ਹੋਈ ਆ ਪਿੱਤਲ ਦੀ, ਉਹ ਮੇਰੇ ਕੋਲ ਰੱਖੀ ਆ। ਜਦੋਂ ਮੈਂ ਗਲੀ ਦੇ ਵਿੱਚੋਂ ਵੇਚਦਾ ਹੁੰਦਾ ਸੀ ਤਾਂ ਮੈਂ ਉਹਨੂੰ ਵਜਾ ਦਿੰਦਾ ਹੁੰਦਾ ਸੀ। ਉਸ ਵੇਲੇ ਵਜਾ ਦਿੰਦਾ ਸੀ, ਲੋਕ ਬਾਹਰ ਆ ਕੇ ਮੇਰੇ ਕੋਲ ਸਮੋਸੇ ਖਾ ਲੈਂਦੇ ਸੀ ਜਾਂ ਕੁਝ ਪੈਕ ਕਰਾ ਕੇ ਲੈ ਜਾਂਦੇ ਸੀ। ਤਾਂ ਦੁਕਾਨ ਉਸ ਵੇਲੇ ਮੈਂ ਪਾਈ ਨਾ ਸੀ, ਤਾਂ ਮੈਂ ਇਸ ਤਰ੍ਹਾਂ ਸਮੋਸੇ, ਛੋਟਾ ਜਿਹਾ ਰੇਟ ਹੁੰਦਾ ਸੀ ਮੇਰਾ, ਇਹ 40 ਪੈਸੇ ਦੀ ਪਲੇਟ ਮੈਂ ਵੇਚਦਾ ਹੁੰਦਾ ਸੀ। ਛੋਟੇ ਜਿਹੇ ਸਮੋਸੇ ਵੇਚਣੇ ਮੈਂ, ਤੇ ਉਹਦੇ ਵਿੱਚ ਹੀ ਮੈਂ ਕਾਫੀ, ਮਹਾਰਾਜ ਨੇ ਮੈਨੂੰ ਇਹਦੇ ਵਿੱਚ ਹੀ ਅੱਜ ਤੱਕ ਤਰੱਕੀ ਦਿੱਤੀ ਮੈਨੂੰ। ਰੱਬ ਨੇ ਬਹੁਤ ਕੁਛ, ਬੱਚੇ ਬਾਹਰ ਗਏ ਆ, ਕਈ ਕੁਛ ਹੋਇਆ ਆ। ਤੇ ਮੈਂ ਤਾਂ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਇੰਨੀ ਮਿਹਨਤ ਕਰਕੇ ਇੱਥੇ ਤੱਕ ਆ ਸਕਦਾ। ਮੈਂ ਨਹੀਂ ਆ ਸਕਦਾ। ਮੈਂ ਜ਼ਰੂਰ ਇੱਕ ਵਾਰ ਦੱਸਣਾ ਚਾਹਾਂਗੀ ਕਿ ਕਿਸ਼ਨ ਲਾਲ ਜੀ ਪਹਿਲਾਂ ਰੇਹੜੀ ਤੇ ਜਿਹੜੇ ਅਸੀਂ ਸਮੋਸੇ ਵੇਚਣ ਜਾਇਆ ਕਰਦੇ ਸਨ। 18-19 ਸਾਲ ਦੀ ਉਮਰ ਵਿੱਚ ਇਹਨਾਂ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਸੀ। ਅੱਜ ਇਹਨਾਂ ਦੀ ਉਮਰ 70 ਸਾਲ ਦੀ ਹੈ। 70 ਸਾਲ ਦੀ ਉਮਰ 'ਚ ਤੁਸੀਂ ਦੇਖੋਗੇ ਫਟਾਫਟ ਸਮੋਸੇ ਬਣਾਉਂਦੇ ਨੇ, ਨਾਲ ਇਹਨਾਂ ਦਾ ਬੇਟਾ ਜਿਹੜੀ ਹੈ ਮਦਦ ਕਰਦਾ ਹੈ। ਤੇ ਉਸ ਤੋਂ ਬਾਅਦ ਸਵੇਰੇ ਤੜਕੇ ਜਦੋਂ ਉੱਠਦੇ ਨੇ ਤੇ ਲਗਾਤਾਰ ਮਿਹਨਤ ਕਰਦੇ ਨੇ, ਔਰ ਸਮੋਸੇ ਬਹੁਤ ਦੂਰੋਂ ਲੋਕ ਇੱਥੇ ਖਾਣ ਆਉਂਦੇ ਨੇ। ਤੇ ਅੱਜ ਇੱਕ ਰੇਹੜੀ ਤੋਂ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ, ਅੱਜ ਕੋਠੀਆਂ ਵਾਲੇ ਨੇ, ਕਾਰਾਂ ਵਾਲੇ ਨੇ, ਬੱਚੇ ਬਾਹਰ ਪੜ੍ਹਾਈ ਹੋਏ ਨੇ। ਅੱਛਾ, ਮੈਨੂੰ ਇਹ ਦੱਸੋ, ਤੁਸੀਂ ਜਦੋਂ ਸਮੋਸੇ ਵੇਚਣੇ ਸ਼ੁਰੂ ਕਰਤੇ, ਤੁਸੀਂ ਰੇਹੜੀ ਤੇ ਜਾਂਦੇ ਹੁੰਦੇ ਸੀ ਉਸ ਦੌਰਾਨ, ਹਨਾ, ਤੇ 40 ਪੈਸੇ ਦੀ ਜਿਹੜੀ ਪਲੇਟ ਵਿਕਦੀ ਸੀ, ਉਦੋਂ ਉਹ ਜ਼ਮਾਨਾ ਹੋਰ ਸੀ, ਉਦੋਂ ਹੁਣ ਸਮਾਂ ਹੋਰ ਹੈ। ਉਦੋਂ ਜ਼ਮਾਨਾ ਇਦਾਂ ਦਾ ਸੀ, ਜ਼ਮਾਨਾ ਵਧੀਆ ਸੀ ਉਦੋਂ ਵੀ, ਠੀਕ ਆ। ਉਦੋਂ ਪੈਸਾ ਨਹੀਂ ਸੀ ਹੁੰਦਾ। ਜੇ ਮੇਰੇ ਕੋਲ ਕੋਈ 40 ਪੈਸੇ ਦੀ ਪਲੇਟ ਵੀ ਖਾਂਦਾ ਸੀ ਨਾ, ਤੇ ਉਹ ਜੇਬ ਪੁੱਛ ਕੇ ਖਾਂਦਾ ਸੀ ਮੇਰੀ ਜੇਬ 'ਚ ਪੈਸੇ ਹੈਗੇ ਇੰਨੇ 40 ਪੈਸੇ। ਟਾਈਮ ਇੱਦਾਂ ਦਾ ਸੀ, ਮਹਿੰਗਾ ਟਾਈਮ ਸੀ। ਕਿਸੇ ਨੇ ਕਹਿਣਾ ਯਾਰ ਮੈਂ ਤਾਂ ਇੱਕ ਖਾਣਾ ਆ, ਤਾਂ ਪੈਸੇ ਦੇ ਕੇ ਚੱਲਦਾ ਸੀ ਨਾ। ਤਾਂ ਉਦੋਂ ਮੈਂ ਸਾਰੀ ਦਿਹਾੜੀ ਦੇ ਵਿੱਚ ਸਿਰਫ 50 ਜਾਂ 100 ਦੇ ਅੰਦਰ ਮੈਂ ਸਮੋਸੇ ਵੇਚਦਾ ਸੀ। ਤੇ ਉਹਦੀ ਤੁਸੀਂ ਦੇਖ ਲਓ ਬਈ 20 ਪੈਸਿਆਂ ਨਾਲ ਸੇਲ, 100 ਸਮੋਸੇ ਦੀ 20 ਰੁਪਏ ਦੀ ਸੇਲ ਹੁੰਦੀ ਆ। 100 ਸਮੋਸਾ ਵੇਚਾਂ ਤੇ ਉਹ ਸਮਝੋ ਵੀ ਇੱਕ 20 ਰੁਪਏ ਦਾ ਹੋਇਆ ਨਾ। ਤਾਂ 20 ਰੁਪਏ ਦੇ ਵਿੱਚ ਹੀ ਮੈਂ ਜੇ 100 ਸਮੋਸਾ ਵੇਚਾਂ ਤੇ ਉਹ ਦੇਖ ਲਓ ਵੀ ਬਹੁਤ ਪੈਸਿਆਂ ਦਾ ਬਣਦਾ ਆ ਅੱਜ। ਤੇ ਉਸ ਵੇਲੇ ਦੇਖ ਲਓ ਬਈ ਕੋਈ ਗੱਲ ਕਰਨ ਵਾਲੀ ਨਹੀਂ। ਜਿਸ ਵੇਲੇ ਮੈਂ ਪਿੱਛੇ ਨੂੰ ਯਾਦ ਕਰਦਾ ਆ ਕਿ ਜਦੋਂ ਮੈਂ 20 ਪੈਸੇ ਦਾ ਸਮੋਸਾ ਵੇਚਦਾ ਸੀ ਤੇ ਕੁਛ ਵੀ ਗੱਲ ਨਹੀਂ ਸੀਗੀ। ਅਸੀਂ ਉਸ ਵੇਲੇ ਵੀ ਇੰਨੇ ਦੇ ਵਿੱਚ ਵੀ ਅਸੀਂ ਦੇਖ ਲਓ ਆਪਣਾ ਗੁਜ਼ਾਰਾ ਕੀਤਾ। ਸਿਰਫ ਮੈਂ ਸੇਲ ਕਰਦਾ ਹੁੰਦਾ ਸੀ ਕੋਈ 50 ਰੁਪਈਏ, ਕਦੀ 40 ਰੁਪਈਏ। ਉਹ ਸਾਰੀ ਦਿਹਾੜੀ 'ਚ ਮੈਂ ਵੱਟ ਕੇ ਲਿਆਉਂਦਾ ਸੀ। ਤਾਂ ਚੇਂਜ ਹੁੰਦੀ ਸੀ, 10 ਰੁਪਏ ਦਾ ਨੋਟ ਨਹੀਂ ਸੀ ਮਿਲਦਾ। ਸਾਰੀ ਇੱਦਾਂ ਹੀ ਹੁੰਦੇ ਸੀ, ਚੁਆਨੀਆਂ, ਧੇਲੀਆਂ, 20 ਪੈਸੇ ਉਸ ਵੇਲੇ ਇਹ ਚੱਲਦੇ ਹੁੰਦੇ ਸੀਗੇ। ਸਵਾਦ ਉਹੀ, ਸਮੋਸਾ ਉਹੀ, ਸਭ ਕੁਝ ਉਹੀ, ਬਸ ਸਿਰਫ ਪੈਸਾ ਬਦਲ ਗਿਆ। ਸਿਰਫ ਪੈਸਾ ਬਦਲ ਗਿਆ। ਜੋ ਅੱਜ ਮੇਰੇ ਕੋਲੋਂ 50 ਰੁਪਏ ਦੀ ਪਲੇਟ ਹੁਣ ਖਾ ਰਹੇ ਨਾ ਲੋਕ, ਇਹੋ ਹੀ ਸਮੋਸੇ ਜਿਹੜੇ ਟੇਸਟ ਆ, ਇਹ ਅੱਜ ਤੋਂ 50 ਸਾਲ ਪਿੱਛੇ ਨੂੰ ਚੱਲ ਜਾਈਏ ਤਾਂ ਇਹੋ ਹੀ ਪਲੇਟ ਦੇ ਸਮੋਸਿਆਂ ਦੀ ਕੀਮਤ ਹੁਣ 50 ਰੁਪਏ ਆ। ਤੇ ਇਹੋ ਹੀ ਦੇ ਲਓ ਵੀ ਮੇਰੀ ਜਿਹੜੀ ਆ 20 ਰੁਪਏ ਦੀ ਪਲੇਟ, 40 ਰੁਪਏ ਦੀ ਪਲੇਟ ਲੋਕ ਖਾਂਦੇ ਸੀ, 2 ਸਮੋਸੇ 40 ਪੈਸਿਆਂ ਦੇ। ਤੇ ਅੱਜ ਵੀ ਜੇ ਕੋਈ ਵਿਦੇਸ਼ਾਂ 'ਚੋਂ ਲੋਕ ਆ ਰਹੇ ਨਾ ਮੇਰੇ ਕੋਲ, ਬਹੁਤ ਮੈਨੂੰ ਆ ਕੇ ਕਹਿੰਦੇ ਵੀ ਆ ਵੀ ਰੂਸ ਜੀ ਮੈਂ ਉੱਥੋਂ ਆਇਆ, ਮੈਨੂੰ ਕੋਈ ਦੱਸਦਾ ਤੇ ਮੈਨੂੰ ਪਤਾ ਲੱਗਦਾ ਆ ਕਿ ਮੈਨੂੰ ਕੋਈ ਕਹਿ ਦਿੰਦਾ ਕਿ ਕਿਸੇ ਦੀ ਕੋਈ ਬੇਟੀ ਆਈ ਉੱਥੋਂ ਕੈਨੇਡਾ ਤੋਂ, ਮੈਨੂੰ ਕਹਿੰਦੀ ਤੁਸੀਂ ਰੂਸ ਆ? ਮੈਂ ਕਿਹਾ ਜੀ ਹਾਂ। ਉਹਦੀ ਨਾਲ ਮਾਂ ਵੀ। ਉਹ ਕਹਿੰਦੀ ਸੀ ਤੁਸੀਂ ਇੱਦਾਂ ਕਰੋ ਬਈ ਮੇਰੀ ਲੜਕੀ ਉੱਥੋਂ ਆਈ ਆ, ਤੁਹਾਨੂੰ ਦੇਖਣ ਨੂੰ ਕਹਿੰਦੀ ਸੀਗੀ ਵੀ ਮੈਂ ਜਦੋਂ ਇੰਡੀਆ ਆਊਂਗੀ ਮੈਂ ਰੂਸ ਦੀ ਦੁਕਾਨ 'ਤੇ ਸਮੋਸੇ ਜ਼ਰੂਰ ਖਾਣੇ ਜਾ ਕੇ। ਉਹ ਬਹਿ ਗਈਆਂ ਮਾਂ ਬੇਟੀਆਂ। ਉਹ ਕਹਿੰਦੀ ਵੀ ਤੁਸੀਂ ਇੱਦਾਂ ਕਰੋ, ਮੇਰੀ ਲੜਕੀ ਨਾ ਕਹਿੰਦੀ ਤੁਹਾਡੀ ਇੱਕ ਇੱਥੇ ਫੇਮਸ ਹੋਈ ਫੋਟੋ ਲੈਣੀ ਇਹਨੇ। ਮੈਂ ਕਿਹਾ ਤੁਸੀਂ ਲਵੋ।
ਕਹਿੰਦੀ ਮੈਂ ਤੁਹਾਨੂੰ ਬਾਈ ਫੇਸ ਅੱਜ ਪਹਿਲੀ ਵਾਰੀ ਗੱਲਾਂ ਕਰਦੀ ਮੈਂ ਤੁਹਾਡੇ ਨਾਲ। ਕਹਿੰਦੀ ਮੈਂ ਤੁਹਾਡਾ ਕੈਨੇਡਾ 'ਚ ਵੀ ਨਾਂ ਬਹੁਤ ਸੁਣਿਆ, ਅਮਰੀਕਾ 'ਚ ਵੀ। ਇਹ ਜਿਸ ਦਿਨ ਕੋਈ ਗੱਲਬਾਤ ਹੋ ਜਾਂਦੀ ਆ ਤੇ ਤੁਹਾਡਾ ਉੱਧਰਲੇ ਪੇਪਰ ਦੇ ਵਿੱਚ ਵੀ ਲੋਕ ਪਾ ਦਿੰਦੇ ਆ। ਇਸ ਕਰਕੇ ਕਿ ਮੈਨੂੰ ਇਸ ਕਰਕੇ ਜ਼ਿਆਦਾ ਕਰਕੇ ਨਾ ਲੋਕ ਬਹੁਤ ਜ਼ਿਆਦਾ ਜਾਣਦੇ ਆ ਜੀ। ਤੁਸੀਂ ਹੌਲੀ ਹੌਲੀ ਸਮਾਂ ਫਿਰ ਬਦਲਾ ਕਿਵੇਂ ਆਉਂਦਾ ਹੈ ਕਿ ਜਦੋਂ ਤੁਸੀਂ ਸਮੋਸੇ ਵੇਚਣੇ ਸ਼ੁਰੂ ਕਰਦੇ ਹੋ, ਗਰੀਬੀ ਵੀ ਨਿਕਲਦੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇੱਕਦਮ ਤੁਹਾਡੀ ਜ਼ਿੰਦਗੀ ਦਾ ਸੋਹਣਾ ਸਮਾਂ ਆਉਂਦਾ ਜਿਹੜਾ ਜਦੋਂ ਬੰਦੇ ਨੂੰ ਗੱਡੀਆਂ ਵੀ ਮਿਲ ਜਾਂਦੀਆਂ ਨੇ, ਸੋਹਣਾ ਘਰ ਬਣ ਜਾਂਦਾ ਹੈ ਨਾ, ਇਹ ਸਮਾਂ ਕਦੋਂ ਆਉਂਦਾ ਹੈ? ਇਹ ਜਿਸ ਘਰ ਦੇ ਵਿੱਚ ਮੈਂ ਅੱਜ ਤੁਹਾਡੇ ਕੋਲ ਇੰਟਰਵਿਊ ਦੇ ਰਿਹਾ ਇਸ ਜਗ੍ਹਾ ਦੇ ਉੱਤੇ, ਇਹ ਜਗ੍ਹਾ ਦੇ ਉੱਤੇ ਕਿਸੇ ਵੇਲੇ ਨਾ ਸਾਡੇ ਉੱਤੇ ਇਹ ਟੁੱਟੀ ਹੋਈ ਛੱਤ ਹੁੰਦੀ ਸੀਗੀ ਬਿਲਕੁਲ, ਤੇ ਥੱਲੇ ਕੱਚਾ ਜਗ੍ਹਾ ਹੁੰਦੀ ਸੀ, ਇਹ ਕੁਝ ਨਹੀਂ ਸੀ ਹੁੰਦਾ। ਤੇ ਨੌਕਰੀ ਕਰਦਾ ਸੀ ਮੈਂ, ਛੋਟੀ ਮੋਟੀ ਮਾੜਾ ਮੋਟਾ ਥੋੜ੍ਹੇ ਬਹੁਤੇ ਪੈਸਿਆਂ ਦੇ ਵਿੱਚ ਗੁਜ਼ਾਰਾ ਕਰੀ ਜਾਣਾ। ਤਾਂ ਮੇਰੇ ਜਿਹੜੇ ਦਿਲ ਦੇ ਅਰਮਾਨ ਸੀ ਨਾ ਉਹ ਉੱਚੇ ਸੀਗੇ ਰੱਖੇ ਹੋਏ। ਮੈਂ ਕਿਹਾ ਵੀ ਪ੍ਰਮਾਤਮਾ, ਸਾਰੇ ਕੋਈ ਕੈਨੇਡਾ ਜਾਂਦਾ, ਕੋਈ ਅਮਰੀਕਾ ਜਾਂਦਾ ਆ, ਮੈਂ ਕਿਹਾ ਵੀ ਸਾਡੇ ਕੋਲ ਤਾਂ ਇੰਨੇ ਸੁਪਨੇ 'ਚ ਪੈਸੇ ਵੀ ਨਹੀਂ ਆਉਣੇ ਹੈਗੇ ਵੀ ਜੋ ਪ੍ਰਮਾਤਮਾ ਨੇ ਉਹ ਇੱਦਾਂ ਦੀ ਦੇਣ ਦਿੱਤੀ ਆ। ਮੇਰੇ ਬੱਚੇ ਜਿਹੜੇ ਆ ਉਹ ਵਿਦੇਸ਼ਾਂ 'ਚ ਚਲੇ ਗਏ। ਉਦੋਂ ਵੀ ਜਿਹੜਾ ਸਾਡਾ ਲੜਕਾ ਗਿਆ ਬਹੁਤ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਗਿਆ ਸੀ, ਤੇ ਉਹਦੇ ਲਈ ਵੀ ਮੈਂ ਨਾ ਜਰਮਨ ਲਈ ਉਹ ਲਈ ਮੈਂ 10,000 ਰੁਪਈਆ ਵੀ ਇਕੱਠਾ ਕੀਤਾ। ਉਹ ਵੀ ਮੈਂ ਕਿਸੇ ਤੋਂ ਵਿਆਜ ਬੂਜ 'ਤੇ ਪੈਸੇ ਫੜ ਕੇ ਲਏ। ਤਾਂ ਸਾਡੇ ਕੋਲ ਇੰਨੇ ਕੁ ਪੈਸੇ ਸਾਡੇ ਕੋਲ ਹੈ ਵੀ ਨਹੀਂ ਸੀਗੇ ਜੋ ਅੱਜ ਇਹਦੇ ਵਿੱਚ ਕੱਪੜੇ ਲੈਣ 'ਤੇ ਹੀ 10,000 ਤੋਂ ਜ਼ਿਆਦਾ ਤਾਂ ਕੱਪੜੇ ਲੈਣ 'ਤੇ ਹੀ ਬਣ ਜਾਂਦੇ ਆ। ਤੇ ਉਸ ਵੇਲੇ ਅਸੀਂ ਏਜੰਟ ਨੂੰ 10,000 ਰੁਪਈਆ ਦਿੱਤਾ ਸੀ ਮੈਂ ਇਕੱਠਾ ਕਰਕੇ। ਸੋ ਜਦੋਂ ਤੁਸੀਂ ਹੌਲੀ ਹੌਲੀ ਤੁਹਾਡਾ ਸਮਾਂ ਇਹ ਬੀਤਦਾ ਗਿਆ, ਪਰ ਸਮੋਸਿਆਂ ਨੇ ਹੀ ਤੁਹਾਨੂੰ ਰਿਚ ਬਣਾਇਆ ਹੈ, ਇੰਨੀ ਅਮੀਰੀ ਸਮੋਸਿਆਂ ਨੇ ਦਿੱਤੀ ਹੈ। ਫਹਿਮ ਜਿਹੜਾ ਨਾ ਇਹ ਮੇਰੀ ਰੋਟੀ ਰੋਜੀ ਜਿਹੜੀ ਆ ਨਾ, ਇਹ ਜਿਹੜੀ ਮੇਰੀ ਰੇਹੜੀ ਆ, ਤਾਂ ਮੈਨੂੰ ਜ਼ਿਆਦਾ ਰੂਸ ਰੇਹੜੀ ਵਾਲਾ ਕਰਕੇ ਵੀ ਬਹੁਤ ਲੋਕ ਕਹਿੰਦੇ ਆ, ਰੂਸ ਸਮੋਸਿਆਂ ਵਾਲਾ, ਰੂਸ ਰੇਹੜੀ ਵਾਲਾ। ਰੇਹੜੀ ਮੇਰੇ ਨਾਲ ਫੇਮਸ ਹੋ ਕੇ ਜੁੜ ਗਈ ਆ। ਇਹਨੂੰ ਨਾ ਮੈਂ ਇਹ ਰੇਹੜੀ ਨੂੰ ਧੂਪ ਬੱਤੀ ਦਿੰਦਾ। ਮੈਂ ਅੱਜ ਵੀ ਰੇਹੜੀ ਤੋਂ ਹੀ ਬਣਿਆ ਸੀ, ਰੇਹੜੀ ਤੋਂ ਸਾਰਾ ਕੁਝ ਹੋਇਆ ਸਾਡਾ। ਸਮੋਸਿਆਂ ਤੋਂ ਮੈਂ ਸ਼ੁਰੂ ਹੋਇਆ ਸੀਗਾ, ਤਾਂ ਮੈਨੂੰ ਬਹੁਤ ਪਰਮਾਤਮਾ ਨੇ ਇਹ ਸਫਲਤਾ ਦਿੱਤੀ। ਅਸੀਂ ਬੱਚੇ ਬਾਹਰ ਗਏ ਆ, ਉੱਦਾਂ ਵੀ ਮੈਨੂੰ ਨਾ ਇਹ ਜਿਹੜਾ ਸ਼ੌਂਕ ਬਹੁਤ ਰੱਖਦਾ ਮੈਂ ਇਹਨਾਂ ਚੀਜ਼ਾਂ ਦਾ, ਵਧੀਆ ਚੀਜ਼ਾਂ ਬਣਾਉਣ ਦਾ। ਮੈਨੂੰ ਸ਼ੁਰੂ ਤੋਂ ਆਦਤ ਹੈ ਇਹ, ਕੋਈ ਚੀਜ਼ ਸ਼ੌਂਕ ਨਾਲ ਬਣਾਉਣੀ ਆ ਜਾਂ ਚੰਗੀ ਬਣਾਉਣੀ ਆ। ਮੈਂ ਕਿਤੇ ਕੋਈ ਖਾਣਾ ਜਿੱਦਾਂ ਲੁਧਿਆਣੇ ਜਾਣਾ, ਜਲੰਧਰ ਜਾਣਾ ਨਾ, ਜਿੱਦਾਂ ਲੋਕ ਕਹਿੰਦੇ ਆ ਯਾਰ ਉੱਥੇ ਖਾ ਲਓ ਉੱਥੇ ਖਾ ਲਓ, ਮੈਂ ਫੇਮਸ ਕਰਕੇ ਖਾਣਾ ਹੁੰਦਾ ਵੀ ਕਿਹਦੀ ਚੀਜ਼ ਕਿੰਨੀ ਵਧੀਆ ਆ। ਸਮੋਸੇ ਤਾਂ ਬਹੁਤ ਲੋਕ ਬਣਾਉਂਦੇ ਨੇ, ਬੜੀਆਂ ਦੁਕਾਨਾਂ ਨੇ, ਅਸੀਂ ਆਮ ਤੌਰ 'ਤੇ ਜਿੱਥੇ ਵੀ ਜਾਂਦੇ ਹਾਂ ਸ਼ਹਿਰ 'ਚ, ਪਤਾ ਨਹੀਂ ਕਿੰਨੀਆਂ ਕੁ ਦੁਕਾਨਾਂ ਸਾਨੂੰ ਸਮੋਸੇ ਵਾਲੇ ਮਿਲ ਜਾਣੀਆਂ, ਪਰ ਤੁਹਾਡੇ ਸਮੋਸਿਆਂ 'ਚ ਇਹੋ ਜਿਹਾ ਖਾਸ ਕੀ ਹੈ? ਸਾਡੇ ਸਮੋਸਿਆਂ 'ਚ ਖਾਸ ਇੱਦਾਂ ਦੀ ਚੀਜ਼ ਆ ਕਿ ਦੇਖੋ, ਅਸੀਂ ਜਿੰਨਾ ਵੀ ਸ਼ਹਿਰ ਦੇ ਵਿੱਚ ਸਮਾਨ ਆ, ਇਹ ਮੇਰੀ ਅੰਦਰ ਪਿਆ ਜਿਹੜਾ, ਇਹ ਸਾਰਾ ਕੋਸਟਲੀ ਅਲੱਗ ਚੀਜ਼ ਆ। ਇਹ ਕਿਸੇ ਕੋਲ ਨਹੀਂ ਮਿਲੂਗੀ। ਨਾ ਸਾਡੇ ਨਾਲ ਦੀ ਇਮਲੀ, ਨਾ ਸਾਡੇ ਨਾਲ ਦਾ ਘੇ ਮੰਗਾਉਣਾ ਕਿਸੇ ਨੇ, ਨਾ ਇਹ ਚਨੇ ਮੰਗਾਉਣੇ ਕਿਸੇ ਨੇ, ਇਹ ਨਾ ਮਸਾਲਾ ਕਿਸੇ ਨੇ ਇੱਦਾਂ ਤਿਆਰ ਕਰਨਾ ਆ। ਹਰ ਚੀਜ਼ ਆਪਣੇ ਹੱਥ ਦੇ ਨਾਲ ਤਿਆਰ ਕਰਦਾ। ਅੱਜ ਜਿਹੜੇ ਸਮੋਸੇ ਬਣਾਉਣਾ ਭਰਦਾ, ਮੈਂ ਆਪਣੇ ਇਹਨਾਂ ਹੱਥਾਂ ਨਾਲ ਮਿਹਨਤ ਕਰਦਾ। ਉਹਨੂੰ ਭਰਦਾ ਤੁਸੀਂ ਦੇਖ ਲਿਆ, ਮੈਨੂੰ ਬਣਾਉਂਦੇ ਦੇਖਿਆ, ਮੈਂ ਭਰੇ ਆਪੇ, ਬੇਲੇ ਆਪੇ ਹੀ ਉਹ ਮੁੰਡੇ ਮੇਰੇ ਨੇ ਛੱਡੇ ਆ, ਤੇ ਸਾਡੇ ਕੋਲ ਕੋਈ ਦੂਸਰਾ ਕਾਰੀਗਰ ਨਹੀਂ ਹੈਗਾ। ਅੱਛਾ, ਇਹ ਤੋਂ ਬਾਅਦ ਮੈਂ ਜਰਮਨ ਚਲੇ ਜਾਂਦਾ ਆਪਣੇ ਬੱਚਿਆਂ ਕੋ, ਭਰਾ ਕੋ। ਸਾਡੇ ਬੱਚੇ ਬਹੁਤ ਬੱਚੇ ਕਰੇ ਆ, ਸਾਡੇ ਭਰਾ ਵੀ ਸਾਡੇ ਨਾਲ ਬਹੁਤ ਸਾਥ ਦੇ ਰਹੇ ਆ। ਸਾਨੂੰ ਕੋਈ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ। ਜੇ ਸਾਡੇ ਘਰ ਉੱਥੇ ਵਿਦੇਸ਼ਾਂ 'ਚ ਬੈਠੇ ਆ ਨਾ, ਜੋ ਕੁਝ ਬਣਿਆ ਜੁੜਿਆ, ਇਹ ਸਾਰਾ ਕੁਝ ਉਹਨਾਂ ਦਾ ਵੀ ਆ। ਉਹਨਾਂ ਨੇ ਮੈਨੂੰ ਅੱਜ ਤੱਕ ਕਦੀ ਨਹੀਂ ਕਿਹਾ ਕਿ ਤੈਨੂੰ ਕਿੰਨੇ ਦੀ ਲੋੜ ਆ, ਉਸੇ ਵੇਲੇ ਹੀ ਪੈਸੇ ਭੇਜਦੇ ਸਾਰੇ ਹੀ। ਕੋਈ ਸਾਡਾ ਅਜੇ ਤੱਕ ਕੋਈ ਵੰਡਨਾਮਾ ਨਹੀਂ, ਕੋਈ ਕੁਛ ਨਹੀਂ ਹੋਇਆ। ਜਗ੍ਹਾ ਸਾਡੇ ਕੋਲ ਸਾਂਝੀ ਆ, ਸਾਰਾ ਕੁਝ ਪਿਆ ਆ। ਮੇਰਾ ਬੇਟਾ ਆ, ਉਹਨੂੰ ਇੱਥੇ ਪਲਾਟ ਸੀਗਾ, ਮੈਂ ਉਹਨੂੰ ਆਪਣੇ ਨਾਂ ਦੇ ਉੱਤੇ ਕਰ ਦਿੱਤਾ। ਮੈਂ ਕਿਹਾ ਵੀ ਮੈਂ ਤਾਂ ਤੁਹਾਡੇ ਲਈ ਬਣਾਇਆ, ਮੈਂ ਕਿਤੇ ਗੁਆਂਢੀਆਂ ਥੋੜ੍ਹੇ ਦੇ ਕੇ ਜਾਣਾ। ਉਹ ਵੀ ਮੈਂ ਉਹਦੇ ਨਾਂ ਕਰ ਦਿੱਤਾ, ਕਿਉਂ ਮੈਨੂੰ ਪਤਾ ਉਮਰ 70 ਸਾਲ ਦੀ ਆ। ਇਹ ਮੈਂ ਬੁਢਾਪੇ 'ਚ ਕੀ ਕਰਨਾ। ਮੈਂ ਜਿਹੜੇ ਮੇਰੇ ਪੋਤੇ ਆ, ਇਹ ਮੈਨੂੰ ਬਹੁਤ ਪਿਆਰੇ ਆ। ਮੈਂ ਇਹਨਾਂ ਲਈ ਬਹੁਤ ਜ਼ਿਆਦਾ ਜਾਨ ਦਿੰਦਾ, ਪੜ੍ਹਾਈ ਲਈ, ਖਰੀ ਲਈ, ਸਭ ਕੁਝ। ਮੈਂ ਆਪਣੇ ਅੱਖਾਂ ਨਾਲ ਇਹਨਾਂ ਨੂੰ ਸੁੱਖ ਦੇਖਣਾ ਚਾਹੁੰਦਾ ਸੀ, ਮੈਂ ਆਪਣੀ ਮਿਹਨਤ ਕਰਕੇ। ਜੀ ਬਿਲਕੁਲ, ਹੁਣ ਉਹ ਪਰਮਾਤਮਾ ਨੇ ਤੁਹਾਨੂੰ ਸੁੱਖ ਦਿੱਤਾ ਵੀ ਹੈ। ਸੁੱਖ ਦਿੱਤਾ ਵੀ ਆ, ਇਹ ਗੱਲ ਸਹੀ ਆ। ਮੈਨੂੰ ਸਫਲਤਾ ਵੀ ਆਈ ਆ, ਇਹ ਗੱਲ ਸਹੀ ਆ।
ਇੱਕ ਟਾਈਮ ਉਹ ਸੀ ਕਿ ਤੁਹਾਡੇ ਗੁੱਟ ਤੇ ਜਿਹੜੀ ਘੜੀ ਵੀ ਦੀ ਹੁੰਦੀ ਸੀ, ਤੇ ਇੱਕ ਮੈਂ ਟਾਈਮ ਕਿਹਾ ਉਹ ਆ ਜੀ, ਕਿ ਹੁਣ ਤੁਸੀਂ 3-3 ਜੇ- ਲੱਖ ਦੀਆਂ ਜੇ ਘੜੀਆਂ ਤੁ- ਬੰਨਦੇ ਜੇ ਹੋ। ਤੁਸੀਂ ਇਹ ਘੜੀਆਂ ਬਾਰੇ ਦੇਖੋ ਤਾਂ ਮੈਨੂੰ ਕੁਝ ਲੋਕ ਜਿਹੜੇ ਪੁਰਾਣੇ ਬੰਦੇ ਆ ਨਾ, ਉਹ ਉਹਨਾਂ ਕੁਝ ਬੰਦਿਆਂ ਨੂੰ, ਹਰ ਬੰਦਿਆਂ ਨੂੰ ਪਤਾ ਆ ਕਿ ਜਿਹੜਾ ਰੂਸ ਸਮੋਸਿਆਂ ਵਾਲਾ ਆ, ਇਹ ਕਈ ਵਾਰੀ ਬੰਦਾ ਨਾ ਦੇਖ ਕੇ ਤਾਂ ਹਿੱਲ ਜਾਂਦਾ। ਅਗਲਾ ਕਹਿੰਦਾ ਯਾਰ ਇਹ ਮੈਂ ਤਾਂ ਇਹ ਕਰੋੜਾਪਤੀ ਆ, ਮੇਰੇ ਸ਼ੋਰੂਮ ਆ, ਤੇ ਲੈਣ ਦੀ ਹਿੰਮਤ ਨਹੀਂ ਦਿਖਾਈ ਮੈਂ। ਤੇ ਇਸ ਤਰ੍ਹਾਂ ਕਰਕੇ ਮੈਨੂੰ ਪਛਾਣ ਬਹੁਤ ਇਸ ਚੀਜ਼ ਦੀ। ਮੈਂ ਇਸ ਤਰ੍ਹਾਂ ਮੈਂ ਲੁਧਿਆਣੇ ਚਲਾ ਗਿਆ ਕਿਸੇ ਵੇਲੇ, ਉਹ ਜਿਹੜੇ ਕਰੋਕਰੀ ਨਾ ਫੈਲਸਾਂ ਦੇ ਵਿੱਚ ਵੇਚਦੇ ਆ ਬੱਸ ਸਟੈਂਡ ਵਾਲੇ, ਉਹ ਬਹੁਤ ਥੋਕ ਦੀ ਦੁਕਾਨ ਆ, ਕਰੋੜਾਂ ਦੀ ਦੁਕਾਨ ਆ ਉਹਨਾਂ ਦੀ। ਉਹਨਾਂ ਦੇ ਗੁੱਟ ਦੇ ਉੱਤੇ ਘੜੀ ਲੱਗੀ ਸੀ ਮੇਗਾ। ਦੇਖੋ ਜੀ, ਉਸ ਬਾਊ ਨੂੰ ਮੈਂ ਕਿਹਾ ਬਾਊ ਜੀ ਇਦਾਂ ਕਰਕੇ ਆ ਕਿ ਤੁਹਾਡੇ ਜਿਹੜੀ ਨਾ ਘੜੀ ਲੱਗੀ ਆ, ਬਾਊ ਜੀ ਇਹ ਪਤਾ ਕਿੰਨੇ ਦੀ ਆ? ਕਹਿੰਦਾ ਜੀ ਬਾਊ ਜੀ ਕਿੰਨੇ ਦੀ? ਮੈਂ ਕਿਹਾ ਜੀ ਇਹ ਤੁਹਾਡੇ ਘੱਟੋ ਘੱਟ ਇਹਦੀ ਰੇਂਜ 4-5 ਲੱਖ ਦੀ ਵਾਲੀ ਆ ਤੁਹਾਡੇ। ਕਹਿੰਦਾ ਜੀ ਅੱਜ ਮੇਰੇ ਨਾ ਜਿਹੜੇ ਪੈਸੇ ਲੱਗੇ ਹੋਏ ਆ, ਇੱਕ ਬੰਦੇ ਨੇ ਫੇਮਸ ਕੀਤਾ ਮੈਨੂੰ ਕਿ ਜਿਹਨੇ ਮੈਨੂੰ ਅੱਜ ਕਿਹਾ ਕਿ ਤੁਹਾਡੇ ਗੁੱਟ ਦੇ ਉੱਤੇ ਇੰਨੀ ਮਹਿੰਗੀ ਘੜੀ ਲੱਗੀ ਆ, ਕਹਿੰਦਾ ਮੈਨੂੰ ਹੋਰ ਵੀ ਹੌਸਲਾ ਹੋ ਗਿਆ। ਕਹਿੰਦਾ ਤੁਸੀਂ ਮੈਨੂੰ ਪਛਾਣਿਆ ਆ ਕਿ ਮੈਂ ਇਹ ਇੰਨੀ ਮਹਿੰਗੀ ਘੜੀ ਲਾਈ ਤਾਂ ਤੁਸੀਂ ਮੇਰੀ ਕਹਿੰਦਾ ਸਿਫਤ ਕੀਤੀ। ਤੇ ਉਹਨੇ ਮੈਨੂੰ ਬੜੀ ਹੌਸਲਾਬਾਜ਼ੀ ਦਿੱਤੀ। ਤੇ ਉਹ ਦੁਕਾਨ ਦੇ ਉੱਤੇ ਬੈਠਾ ਸੀ ਹੱਥ ਰੱਖ ਕੇ। ਮੈਂ ਕਿਹਾ ਜਿਹੜੇ ਤੁਹਾਡੀ ਘੜੀ ਲੱਗੀ ਨਾ ਇਹ 4-5 ਲੱਖ ਦੀ ਰੇਂਜ ਆ। ਕਹਿੰਦਾ ਆਮ ਬੰਦੇ ਨੂੰ ਬਾਊ ਜੀ ਕਹਿੰਦਾ ਨਹੀਂ ਪਤਾ ਕਿਸੇ ਨੂੰ ਇਹ। ਮੈਂ ਕਿਹਾ ਮੈਨੂੰ ਸ਼ੁਰੂ ਤੋਂ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਂਕ ਆ। ਮੈਂ ਕਿਹਾ ਮੈਨੂੰ ਨਾ ਇਹ ਘੜੀਆਂ ਲਾਉਣ ਦਾ ਇਹ 15 ਸਾਲ ਦੀ ਉਮਰ ਦੇ ਵਿੱਚ ਹੀ ਮੈਂ ਇੱਦਾਂ ਕਰਦਾ ਹੁੰਦਾ ਸੀਗਾ। ਤੇ ਉਦੋਂ ਵੀ ਮੈਂ 200 ਦੀ 250 ਦੀ ਉਹਨਾਂ ਟਾਈਮਾਂ 'ਚ ਵੀ ਮੈਂ ਮਹੀਨੇ ਰਖਾਉਂਦੀ ਸੀ। ਉਸ ਟਾਈਮ 'ਚ 500 ਦੀ ਘੜੀ ਲੈਣੀ। ਉਸ ਵੇਲੇ ਇੱਕ ਵਾਰੀ ਮੈਂ 500 ਦੀ ਘੜੀ ਲੈ ਲਈ ਤਾਂ ਸਾਡੇ ਘਰ ਦੇ ਵੀ ਮੈਨੂੰ ਥੋੜ੍ਹਾ ਜਿਹਾ ਗੁੱਸੇ ਹੋਏ। ਕਹਿੰਦੇ ਤੂੰ ਐਡੀ ਵੱਡੀ ਰਕਮ ਲਾਤੀ ਆ 500 ਰੁਪਈਆ ਤੇ ਬਹੁਤ ਪੈਸੇ ਆ। ਕਹਿੰਦੇ ਤੁਸੀਂ ਇਹ ਗਲਤ ਕੀਤਾ ਕੰਮ। ਮੇਰੀ ਮਾਂ ਵੀ ਮੈਨੂੰ ਗੁੱਸੇ ਹੋਈ ਤੇ ਇਹ 500 ਰੁਪਈਆ ਤੂੰ ਖਰਚਣਾ ਕਾਹਤੇ ਸੀ? ਇੰਨੇ ਆਪਾਂ ਨੂੰ ਪੈਸੇ ਬਹੁਤ ਜ਼ਿਆਦਾ ਪੈਸੇ ਆ। ਤੇ ਮੈਨੂੰ ਉਦੋਂ ਵੀ ਵੀ ਜਿਹੜੇ ਲੋਕੀ ਸੀਗੇ ਘੜੀਆਂ ਕੋਈ 150 ਦੀ ਰੇਂਜ 'ਚ ਆਉਂਦੀ ਸੀ, ਕੋਈ 60 ਦੀ 'ਚ, ਕੋਈ ਇਹ ਉਹਨਾਂ ਟਾਈਮਾਂ ਦੇ ਵਿੱਚ ਕੋਈ 300 ਦੀ ਰੇਂਜ 'ਚ ਆਉਂਦੀ ਸੀ, ਕੋਈ 200 ਦੀ 'ਚ। ਤੁਹਾਡੇ ਮਾਤਾ ਜੀ ਉਸ ਟਾਈਮ ਤੇ ਜੋ ਤੁਸੀਂ ਮਿਹਨਤ ਕਰਦੇ ਸੀ ਉਦੋਂ ਬਹੁਤ ਗਰੀਬੀ ਚ ਵੇਖੀ ਮਾਤਾ ਨੇ ਗਰੀਬੀ, ਹੈ ਨਾ? ਜੋ ਤੁਹਾਡੇ ਤੇ ਸੋਹਣੇ ਦਿਨ ਆਉਣੇ ਸ਼ੁਰੂ ਹੋ ਗਏ ਫਿਰ ਮਾਂ ਖੁਸ਼ੀ ਖੁਸ਼ੀ ਇਸ ਦੁਨੀਆ ਤੋਂ ਰੁਖਸਤ ਹੋਏ ਆ। ਮਾਂ ਸਾਡੀ ਨੇ ਨਾ ਇਹ ਬਹੁਤ ਮਿਹਨਤ ਕੀਤੀ। ਮਾਂ ਸਾਡੀ ਪਸੀਨੋ ਪਸੀਨੀ ਬਹਾ ਦਿੰਦੀ ਸੀ। ਮੇਰੇ ਲਈ ਸਮੋਸੇ ਬਣਾਉਂਦੀ ਸੀ, ਆਪ ਵੀ ਉਹ ਵੇਲ ਲੈਂਦੀ ਸੀ ਤੇ ਆਪ ਵੀ ਮਾਤਾ ਮੇਰੀ ਨਾ ਮਾਂ ਮੇਰੀ ਆਪ ਵੀ ਭਰ ਲੈਂਦੀ ਸੀ ਸਮੋਸੇ ਮੇਰੇ ਨਾਲ ਬਰਾਬਰ। ਮੇਰੀ ਮਾਂ ਨੇ ਬਹੁਤ ਮਿਹਨਤ ਕੀਤੀ, ਬਹੁਤ ਜ਼ਿਆਦਾ। ਮੈਨੂੰ ਉਤਸ਼ਾਹ ਲਿਆ, ਉੱਤੇ ਤੱਕ ਲੈ ਆਂਦਾ। ਤੇ ਮੈਨੂੰ ਉਹਨੇ ਬਹੁਤ ਮਾਂ ਸਾਡੀ ਬਹੁਤ ਸਿਆਣੀ ਸੀ। ਤੇ ਉਹ ਕਹਿੰਦੀ ਹੁੰਦੀ ਸੀ ਕੋਈ ਨਹੀਂ, ਕਹਿੰਦੀ ਸੀ ਗਰੀਬੀ ਦਿਨ ਹੈਗੇ ਆ, ਚੱਲ ਕਹਿੰਦੀ ਕੋਈ ਨਹੀਂ ਇਹ ਚਲੇ ਜਾਣਗੇ ਇੱਦਾਂ ਹੀ। ਤੇ ਜਿਹੜਾ ਅਸੀਂ ਮੈਂ ਸੋਚ ਵੀ ਨਹੀਂ ਸਕਿਆ ਸੀ। ਮੈਂ ਇੱਕ ਵਾਰੀ ਬਹੁਤ ਚਿਰ ਦੀ ਗੱਲ ਹੈ, ਸਾਈਕਲ ਲੈਣਾ ਸੀ। ਮੈਂ ਸਾਈਕਲ ਮੇਰੇ ਕੋਲ ਲੈਣ ਦੀ ਹਿੰਮਤ ਹੈ ਨਹੀਂ ਸੀ। ਮੈਂ ਕਿਹਾ ਆਪਣੀ ਮਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਛੋਟਾ ਸੀ ਮੈਂ ਕਿਹਾ ਮੈਂ ਇੱਕ ਸਾਈਕਲ ਲੈਣਾ। ਸਾਈਕਲ ਰੱਖਣਾ ਵੀ ਛੋਟੀ ਜਿਹੀ ਗੱਲ ਨਹੀਂ ਸੀ ਹੁੰਦੀ। ਮੈਂ ਨਹੀਂ ਰਖਾਉਣਾ ਸੀ ਥੋੜ੍ਹਾ ਜਿਹਾ ਸਾਈਕਲ ਲੈਣਾ। ਸਾਈਕਲ ਉਦੋਂ ਨਵਾਂ ਆਉਂਦਾ ਹੁੰਦਾ ਸੀ, ਤਕਰੀਬਨ ਕੋਈ 80 ਕੁ ਰੁਪਏ ਦਾ, 100 ਰੁਪਏ ਦਾ ਸਾਈਕਲ ਸੀ। ਆਮ ਬੰਦਾ ਘੱਟ ਹੀ ਲੈਂਦਾ ਸੀ। ਇਹ ਮੈਂ ਪੁਰਾਣਾ ਸਾਈਕਲ ਲਿਆ ਸੀ ਉਸ ਵੇਲੇ ਟਾਈਮ ਸਾਰ ਲਈ ਕਿਸੇ ਕੋਲੋਂ, ਇਹ ਸਿਰਫ 35 ਰੁਪਏ ਦਾ। ਇਹ 35 ਰੁਪਏ ਦਾ ਸਾਈਕਲ ਉਸ ਵੇਲੇ ਮੈਂ ਪੁਰਾਣਾ ਲਿਆ ਸੀ। ਤਾਂ ਮੈਨੂੰ ਪੂਰੇ ਤਰ੍ਹਾਂ ਨਾਲ ਇੱਕ ਇੱਕ ਗੱਲ ਯਾਦ ਆ ਮੇਰੇ ਪੂਰੇ ਦਿਮਾਗ ਦੇ ਵਿੱਚ। ਉਸ ਟਾਈਮ ਤੇ ਤੁਸੀਂ ਸਾਈਕਲ ਲੈਣ ਨੂੰ ਤਰਸਦੇ ਸੀ, ਅੱਜ ਇਹਨਾਂ ਮੈਂ ਕੋਲ ਕਿਹਾ- ਫੋਰਚੂਨਰ ਹੈ, ਕ੍ਰੇਟਾ, ਮੈਂ ਕਿਹਾ- ਕਿੰਨਾ ਕੁਝ ਖੜਾ ਹੋਇਆ। ਮੈਂ ਕਿਹਾ ਗੱਲ ਸੁਣੋ, ਮੇਰੇ ਕੋਲ ਇਸ ਲਈ ਕਿੰਨਾ ਕੁਝ ਖੜਾ ਹੈ, ਸ਼ੌਂਕ ਨਹੀਂ ਖੜਾ ਆ। ਦੇਖੋ ਮੇਰੇ ਕੋਲ ਅੰਦਰ ਨਾ ਪਿੱਛੇ ਮੈਂ ਤੁਹਾਨੂੰ ਦਿਖਾਇਆ ਨਹੀਂ ਜੀ, ਮੇਰੇ ਕੋਲ ਅੰਦਰ ਬੁਲਟ ਖੜਾ ਆ। ਸਿਰਫ ਮੈਂ ਸ਼ੌਂਕ ਲਈ ਖੜਾ ਕੀਤਾ। ਅੰਦਰ ਪਿੱਛੇ ਖੜਾ ਆ ਉਹ 2,30,000 ਦਾ ਆ, ਪਿੱਛੇ ਖੜਾ ਨਵਾਂ। ਹਜੇ ਉਹਦੀ RC ਨਹੀਂ ਬਣਾਈ, ਹਜੇ ਪਿੱਛੇ ਖੜਾ ਆ। ਸਿਰਫ ਪਤਾ ਕਿਉਂ? ਸਿਰਫ ਮੈਂ ਸਿਰਫ ਇਹਨਾਂ ਚੀਜ਼ਾਂ ਨੂੰ ਉਤਸ਼ਾਹ ਕਰਕੇ ਦੇਖਣ ਲਈ ਵੀ ਜਿਹੜਾ ਸਾਡੇ ਘਰ 'ਚ ਕੋਈ ਲੋਕੀ ਆਉਂਦੇ ਆ ਨਾ, ਉਹ ਮੋਟਰਸਾਈਕਲ ਨੂੰ ਦੇਖਦੇ ਆ ਯਾਰ ਇਹ ਤਾਂ 2,30,000 ਦਾ। ਤੇ ਮੈਂ ਚਲਾਇਆ ਕਿਸੇ ਦੇ ਘੱਟ ਵੱਧ ਹੀ ਆ।
ਉੱਦਾਂ ਮੈਂ ਚਲਾਉਂਦਾ ਬਹੁਤ ਆ, ਮੈਂ ਹੁਣ ਵੀ ਬੁਲਟ ਮੋਟਰਸਾਈਕਲ ਚਲਾ ਲੈਂਦਾ ਆ। ਮੈਂ ਹਰ ਤਰ੍ਹਾਂ ਪਾਸ ਆ, ਕੁਦਰਤ ਨੇ ਨਾ ਮੈਨੂੰ ਬਖਸ਼ਿਸ਼ ਦਿੱਤੀ ਆ। ਹਰ ਤਰ੍ਹਾਂ ਮੈਂ ਤੰਦਰੁਸਤੀ 'ਚ ਆ, ਸਭ ਕੁਛ ਆ। ਤਾਂ ਮੈਂ ਜੇ ਹੁਣ ਜਰਮਨ ਵੀ ਜਾਂਦਾ ਆ ਨਾ, ਤੇ ਮੈਂ 1 ਮਹੀਨੇ ਲਈ ਮੈਂ ਕੰਮ ਬੰਦ ਕਰ ਦਿੰਦਾ ਹੁੰਦਾ ਆ। ਦੇਖੋ ਗਾਹਕ ਕਿੰਨਾ ਆ ਰਿਹਾ। ਮੈਂ ਮਤਲਬ ਆਪਣੇ ਦਿਲ ਦੇ ਵਿੱਚ ਮੈਨੂੰ ਹੋਇਆ ਆ ਕਿ ਬਹੁਤ ਕੁਛ ਆ, ਪ੍ਰਮਾਤਮਾ ਨੇ ਐਤਵਾਰ ਨੂੰ ਮੈਂ ਬੰਦ ਰੱਖਦਾ ਆ। ਐਤਵਾਰ ਨੂੰ ਵੀ ਸਮੋਸੇ ਵੇਚ ਹੀ ਸਕਦੇ ਆ, ਮੈਨੂੰ ਕਿਸੇ ਨੇ ਮਨਾ ਨਹੀਂ ਕੀਤਾ। ਐਤਵਾਰ ਨੂੰ ਮੈਂ ਆਪਣੀ ਕਿਤੇ ਇੰਜੋਏ ਕਰਨਾ, ਕਿਤੇ ਜਾਣਾ, ਕਿਤੇ ਰਿਸ਼ਤੇਦਾਰੀ 'ਚ ਗੱਡੀ 'ਚ ਜਾਣਾ। ਅਗਲਾ ਕਹਿੰਦਾ ਵੀ ਜੇ ਇੰਨਾ ਸ਼ੌਂਕ ਰੱਖਿਆ, ਇਹਨਾਂ ਨੂੰ ਕਿਸੇ ਵੇਲੇ ਦਿਖਾਓ, ਕਿਸੇ ਦੇਖੇ ਕੋਈ। ਇਹ ਤਦ ਹੀ ਸ਼ੌਂਕ ਹੁੰਦਾ। ਜੇ ਅਸੀਂ ਸੋਨੇ ਦੀ ਚੈਨੀ ਅੰਦਰ ਰੱਖਦੇ ਹਾਂ ਤਾਂ ਉਹਦਾ ਫਾਇਦਾ ਕੀ ਆ? ਜੇ ਤੁਸੀਂ ਪਾਓਗੇ ਤਾਂ ਦੇਖੂਗਾ ਕੋਈ, ਗਹਿਣਾ ਪਾਓਗੇ ਤਾਂ ਗਹਿਣਾ ਦਿਸੂਗਾ। ਤਾਂ ਜੇ ਤੁਹਾਡੇ ਕੋਲ ਕੋਈ ਸਾਂਭਿਆ ਪਿਆ ਤਾਂ ਉਹਦੀ ਸ਼ਕੀਨੀ ਕਾਹਦੀ ਕੁਛ ਵੀ ਨਹੀਂ ਹੈਗੀ। ਇਹ ਗੁਣ ਤੁਸੀਂ ਆਪਣੇ ਬੇਟੇ ਨੂੰ ਦਿੱਤਾ ਹੈ, ਕਿੱਦਾਂ ਸਮੋਸੇ ਬਣਾਉਣੇ ਆ, ਕਿ ਬਾਅਦ ਵਿੱਚ ਉਹ ਤੁਹਾਡੀ ਮੁਖਤਿਆਰੀ ਉਹ ਸਾਂਭ ਸਕੇ? ਬੇਟੇ ਨੂੰ ਮੈਂ ਦਿੱਤਾ ਆ, ਉਹ ਹੁਣ ਸਮੋਸੇ ਭਰਦਾ ਵੀ ਆ। ਜਿਹੜੇ 2 ਮੇਰੇ ਬੇਟੇ ਨਾ ਜਿਹੜੇ ਬਾਹਰ ਹੁਣ ਰਹਿੰਦੇ ਆ ਇਸ ਵੇਲੇ, ਇੱਕ ਜਰਮਨ ਆ, ਇੱਕ ਮਰੀਲੇ ਰਹਿੰਦਾ ਹੈ ਫਿਲੀਪਾਈਨ 'ਚ ਆ। ਅਤੇ ਉਹ ਵੀ ਮੇਰੇ ਨਾਲ ਜਦੋਂ ਇੱਥੇ ਰਹਿੰਦੇ ਸੀ ਤਾਂ ਮੈਨੂੰ ਉਹ ਸਮੋਸੇ ਭਰ ਕੇ ਉਹ ਵੀ ਉਸ ਵੇਲੇ ਦਿੰਦੇ ਹੁੰਦੇ ਸੀ ਮੈਨੂੰ। ਉਹ ਵੀ ਮੇਰੇ ਨਾਲ ਜੁੜੇ ਸੀ। ਇਹ ਤੀਜਾ ਮੁੰਡਾ ਹੈ ਨਾ, ਇਹ ਸਾਡਾ, ਇਹ ਵੀ ਮੇਰੇ ਨਾਲ ਹੀ ਫੇਮਸ ਹੋਇਆ ਹੈ ਇਹਨੂੰ ਨਾਲ। ਅੱਛਾ, ਜੇ ਗੱਲ ਕੀਤੀ ਜਾਵੇ ਤੁਹਾਨੂੰ ਹੁਣ ਕਿਹਦੇ ਫੋਨ ਆਉਂਦੇ ਆ? DC ਜੱਜ ਤੁਸੀਂ ਗੱਲ ਕਰ ਰਹੇ ਸੀਗੇ, ਵੱਡੇ ਜੱਜਾਂ ਦੇ ਕਾਲ ਆਉਂਦੇ, ਜੇ ਕਿਤੇ ਆਉਣ ਤਾਂ ਤੁਸੀਂ ਸਮੋਸੇ ਭੇਜਦੇ ਹੋ? ਤੇ ਮੇਰੇ ਨਾਲ ਦੇਖੋ ਜੀ, ਸਾਡੇ ਗੁਆਂਢ ਇਹ ਕੋਈ ਬੰਦੇ ਹੈਗੇ ਆ, ਤੇ ਸੈਸ਼ਨ ਜੱਜ ਸੀ। ਤੇ ਦੇਖੋ ਮੈਂ ਨਾ ਦੇਖ ਕੇ ਮੈਨੂੰ ਉਦਣ ਇੰਨਾ ਹੌਸਲਾ ਹੋਇਆ। ਮੈਂ ਕਿਹਾ ਯਾਰ ਤੂੰ ਥੱਲਿਓਂ ਉੱਠ ਕੇ ਤਾਂ ਗਿਆ, ਤੈਨੂੰ ਜੱਜ ਆ ਗਿਆ ਮਿਲਣ ਅੱਜ। ਤੇ ਮੈਂ ਬੜਾ ਆਪਣੇ ਆਪ ਨੂੰ ਕੀਤਾ। ਮੈਂ ਕਿਹਾ ਅਸੀਂ ਤਾਂ ਜੱਜਾਂ ਦੇ ਮੂਹਰੇ ਅਸੀਂ ਕੀ ਚੀਜ਼ ਹੈ? ਇਹਦੇ ਕਾਨੂੰਨ ਦੀ ਧਾਰਾ ਹੈ ਸਾਰੀ। ਸੈਸ਼ਨ ਜੱਜ ਸਾਹਮਣੇ ਆਇਆ ਤੇ ਮੈਨੂੰ ਦੇਖਣ ਆਇਆ। ਮੈਂ ਕਿਹਾ, ਕਹਿੰਦਾ ਜੀ ਇਹ ਤੁਹਾਨੂੰ ਉਹ ਘਰ ਦੇ ਲੈ ਕੇ ਆਏ ਨਾਲ, ਕਹਿੰਦਾ ਇਹਨਾਂ ਨੇ ਤੁਹਾਡੇ ਸਮੋਸੇ ਖਾਧੇ ਸੀਗੇ ਤੇ ਅੱਜ ਇਹ ਸਾਡੇ, ਕਹਿੰਦਾ ਘਰ ਆਏ, ਘਰ ਸਮੋਸੇ ਖਾਣੇ ਇਹਨਾਂ ਨੇ ਅੱਜ ਸਾਡੇ। ਗੁਆਂਢ ਕਹਿੰਦੇ ਬਈ ਇਹ ਤੁਹਾਨੂੰ ਸਿਰਫ ਦੇਖਣ ਆਏ ਆ ਵੀ ਇਹ ਕੌਣ ਹੈ ਰੂਸ ਸਮੋਸਿਆਂ ਵਾਲੇ। ਤੇ ਇਹ ਦੱਸੋ ਕਿ ਉਹ ਵੀ, ਮੈਂ ਕਹਿੰਦੀ ਹਾਂ ਆਪਣੇ ਦਰਸ਼ਕਾਂ ਨੂੰ ਦੱਸ ਦੇ ਦਿੰਦੇ ਆ, ਕਿ ਜਦੋਂ DC ਫਲੋਰ ਤੋਂ ਸਮੋਸੇ ਨੂਰਮਹਿਲ ਤੋਂ ਮੰਗਵਾਉਂਦੇ ਹੁੰਦੇ ਸੀ। ਅੱਜ ਤੋਂ ਪਿੱਛੇ ਦੀ ਗੱਲ ਆ, ਜ਼ਿਆਦਾ ਚਿਰ ਥੋੜ੍ਹਾ ਹੋਇਆ ਪਿੱਛੇ ਜਿਹਾ। ਤੇ ਉਹਨਾਂ ਨੇ ਇੱਥੇ ਵਾਇਰਲੈਸ ਕਰ ਦੇਣੀ ਆ, ਤੇ ਉਹ ਇੰਨਾ ਫੇਮਸ ਸੀਗਾ ਤੇ ਉਹਨਾਂ ਨੂੰ ਉੱਥੇ ਫਲੋਰ ਵੀ ਪਹੁੰਚਾਉਣੇ ਪੈਂਦੇ ਸਮੋਸੇ। ਇਹ ਉੱਥੋਂ ਰੂਸ ਦੇ ਸਮੋਸੇ ਪਹੁੰਚਾ ਕੇ ਜਾਓ। ਹੁਣ ਤੁਹਾਡੇ ਕੋਲ ਕਿੱਥੋਂ ਲੋਕ ਸਪੈਸ਼ਲ ਖਾਣ ਆਉਂਦੇ ਨੇ? ਕਿੰਨੇ ਸਮੇਂ ਤੋਂ ਤੁਸੀਂ ਸ਼ੁਰੂਆਤ ਕਰਦੇ ਹੋ ਬਣਾਉਣ ਦੀ? ਸਮਾਂ ਕਿਹੜਾ ਹੁੰਦਾ ਜਦੋਂ ਸ਼ੁਰੂ ਕਰ ਦਿੰਦੇ ਹੋ ਸਮੋਸੇ ਬਣਾਉਣੇ? ਮੈਂ ਹਮੇਸ਼ਾ ਹੀ ਨਾ, ਦੇਖੋ ਮੈਂ ਸੌਣ ਲੱਗਿਆ ਕਦੀ ਅਲਾਰਮ ਨਹੀਂ ਲਾਇਆ। ਸੌਣ ਲੱਗਿਆ ਮੈਂ ਜਿਸ ਵੇਲੇ ਉੱਠਣਾ ਹੈ ਤੇ ਮੇਰੀ ਅੱਖ ਹੁੰਦੀ ਹੈ 4 ਵਜੇ ਪੂਰੇ ਰਾਈਟ। 4 ਵਜੇ ਮੈਂ ਉੱਠ ਕੇ ਆਪ ਹੀ ਮੈਂ ਮੈਦਾ ਗੁੰਨਣਾ ਆ, ਆਪ ਹੀ ਮੈਂ ਜ਼ੋਰ ਲਾਉਣਾ ਆ, ਆਪ ਹੀ ਮੈਂ ਕਟਿੰਗ ਕਰਨੀ ਆ, ਕਈ ਕੁਛ ਕਰਨਾ, ਛੋਲੇ ਰੱਖਣੇ ਆ, ਮੈਦਾ ਰੱਖਣਾ ਆ, ਸਾਰਾ ਕੁਝ ਪਾਉਣਾ ਆ। ਤੇ ਬੁਲਾਈ ਸਭ ਕੁਝ ਆਪ ਮੈਂ ਕਰਨੀ ਹੈਗੀ ਆ, ਆਪਦੇ ਹੱਥਾਂ ਨਾਲ। ਤਾਂ ਜੇ ਮੈਂ ਇਹ ਕੰਮ ਅੱਜ ਕਰਨਾ ਹੁੰਦਾ ਨਾ, ਤੇ ਮੇਰਾ ਫੇਮਸ ਨਾਂ ਸੀ ਨਹੀਂ ਹੋਣਾ। ਜੇ ਮੈਂ ਕਹਿੰਦਾ ਚਲੋ ਜੀ ਮੇਰੇ ਕੋਲ 3 ਬੰਦੇ ਰੱਖੇ ਆ ਤੇ ਮੈਂ ਪੈਸੇ ਦੇਈ ਜਾਂਦਾ ਆ, ਚਲੋ ਜੀ ਬਣਾਓ, ਤੇ ਜੋ ਬਣਿਆ ਆ ਉਹਨਾਂ ਦੇ ਹੱਥਾਂ ਦਾ ਉੱਥੇ ਰੱਖ ਦਿਓ, ਤੇ ਲੋਕ ਤਾਂ ਦੂਸਰੇ ਦਿਨ ਹੀ ਪਛਾਣ ਜਾਣਗੇ ਕਿ ਉਹ ਸਮੋਸੇ ਨਹੀਂ ਹੈਗੇ। ਜਿਹੜਾ ਨਾ ਛੋਟਾ ਜਿਹਾ ਐਡਾ ਕੁ ਬੱਚਾ ਨਾ, ਉਹ ਚਲੋ ਬਾਹਰ ਜੋ ਛੋਟਾ ਜਿਹਾ ਬੱਚਾ ਨਾ ਉਹ ਵੀ ਪਹਿਚਾਣ ਲੈਂਦਾ। ਜੇ ਕਈ ਵਾਰੀ ਮੈਨੂੰ ਲੋਕ ਆ ਕੇ ਦੱਸਦੇ ਆ ਕਿ ਰੂਜ ਜੀ ਅਸੀਂ ਨਾ ਇੱਕ ਦਿਨ ਅਸੀਂ ਸਮੋਸੇ, ਤੁਸੀਂ ਸਾਡੀ ਦੁਕਾਨ ਬੰਦ ਸੀ ਤਾਂ ਅਸੀਂ ਦੂਸਰੀ ਜਗ੍ਹਾ ਤੋਂ ਸਮੋਸੇ ਲੈ ਗਏ, ਤਾਂ ਸਾਡੇ ਘਰਦਿਆਂ ਨੇ ਜਾਂਦੇ ਜਦੋਂ ਟੇਬਲ 'ਤੇ ਰੱਖੇ ਤਾਂ ਉਹਨਾਂ ਨੇ ਖਾਧੇ ਨਹੀਂ। ਕਹਿੰਦੇ ਇਹ ਰੂਸ ਦੇ ਸਮੋਸੇ ਨਹੀਂ ਹੈਗੇ। ਕਹਿੰਦਾ ਉਹਨਾਂ ਨੇ ਫੱਟ ਪਛਾਣ ਲਿਆ ਵੀ ਇਹ ਉਹਨਾਂ ਦੇ ਸਮੋਸੇ ਨਹੀਂ ਹੈਗੇ, ਤੇ ਨਾ ਛੋਲੇ ਉਹ ਹੈਗੇ ਖਾਣ ਤੋਂ ਪਹਿਲਾਂ ਹੀ। ਲੇਕਿਨ ਲੋਕਾਂ ਦੀ ਨਿਗਾਹ ਦੇ ਵਿੱਚ ਜਾਣੀ ਕਿ ਫੋਟੋ ਖਿੱਚ ਹੋਈ ਆ ਸਮੋਸਿਆਂ ਦੀ। ਕਿੱਥੋਂ ਤੱਕ ਲੋਕ ਆਉਂਦੇ ਨੇ, ਕਿੱਥੋਂ ਆਉਂਦੇ ਨੇ ਖਾਣ ਲਈ ਸਪੈਸ਼ਲ? ਦੇਖੋ ਜੀ, ਖਾਣ ਲਈ ਸਪੈਸ਼ਲ ਆਉਂਦੇ, ਦੇਖੋ ਸਾਡੇ ਜਿਹੜੇ ਆਸੇ-ਪਾਸੇ ਦੇ ਪਿੰਡ ਆ, ਜਿੱਦਾਂ ਲਾ ਲਓ ਤਲਵਣ ਹੋ ਗਿਆ, ਕੋਟ ਹੋ ਗਿਆ, ਜਿੱਦਾਂ ਇਹ ਬੰਦਾ ਤੁਹਾਡੇ ਕੋਲ ਸਵੇਰੇ ਦੱਸ ਕੇ ਗਿਆ ਨਾ, ਇਹ ਕਮ ਸੇ ਕਮ ਵੀ 10 ਕਿਲੋਮੀਟਰ ਤੋਂ ਆਇਆ ਸੀਗਾ ਚੱਲ ਕੇ ਸਵੇਰੇ। ਤਾਂ ਇਹਨੂੰ ਫੋਨ ਆ ਰਿਹਾ ਸੀ, ਰਿਸ਼ਤੇਦਾਰ ਆਏ ਸੀ ਉੱਥੋਂ ਫਿਰੋਜ਼ਪੁਰ ਤੋਂ, ਇਹਦੀ ਲੜਕੀ ਸੀ, ਕੋਈ ਰਿਸ਼ਤੇਦਾਰ ਸੀਗੇ। ਤਾਂ ਪਹਿਲੋਂ ਵੀ ਇਹਦੇ ਰਿਸ਼ਤੇਦਾਰ ਜਦੋਂ ਆਉਂਦੇ ਨਾ, ਕੋਈ ਫੰਕਸ਼ਨ ਪ੍ਰੋਗਰਾਮ ਹੁੰਦਾ, ਤਾਂ ਉਹ ਕਹਿੰਦਾ ਮੈਨੂੰ ਉੱਥੇ ਫੋਨ 'ਚ ਹੀ ਕਹਿ ਦਿੰਦੇ ਆ ਇਹ ਇੰਨੇ ਵਜੇ ਆਉਣਾ ਤੇ ਸਮੋਸੇ ਰੂਸ ਦੇ ਲਿਆ ਕੇ ਰੱਖ ਦੇਈਓ।
ਇਹ ਅੱਜ ਵੀ ਇਹ ਸਾਨੂੰ ਬੰਦੇ ਨੇ ਸਵੇਰੇ ਫੋਨ ਕੀਤਾ ਸੀ ਕਿ ਮੈਂ ਸਮੋਸੇ ਲੈਣ ਆਉਣਾ ਆ, ਤੁਸੀਂ ਭਾਜੀ ਲੋਕਡਾਊਨ 'ਚ ਹੈਗੇ ਜਾਂ ਬੰਦ ਆ। ਤਾਂ ਲੋਕਡਾਊਨ ਦੇ ਵਿੱਚ ਵੀ ਮੈਂ ਪਿਛਲੇ ਸਾਲ ਮੈਂ ਲੋਕਡਾਊਨ ਦੇ ਵਿੱਚ ਮੈਂ ਸਮੋਸੇ ਵੇਚੇ ਆ, ਪਰ ਮੈਂ ਕਿਸੇ ਨੂੰ ਪਲੇਟ ਲਾ ਕੇ ਖਾਣ ਲਈ ਨਹੀਂ ਸੀ ਦਿੱਤੇ, ਮੈਂ ਪੈਕਿੰਗ ਦੇ ਵਿੱਚ ਰਿਹਾ। ਤਾਂ ਮੈਂ ਮੂਹਰੇ ਗੇਟ ਨੂੰ ਬੰਦ ਕਰ ਲੈਂਦਾ ਸੀ, ਲੋਕ ਉੱਤੋਂ ਦੀ ਆਉਂਦੇ ਸੀ ਤਾਂ ਮੈਂ ਟੈਲੀਫੋਨ ਨੰਬਰ ਸਾਰਿਆਂ ਨੇ ਦੱਸਿਆ ਸੀ, ਤਾਂ ਲੋਕ ਟੈਲੀਫੋਨ ਸੁਣ ਕੇ ਕਰਕੇ ਤਾਂ ਆ ਜਾਂਦੇ ਸੀ, ਮੇਰੇ ਇੰਨੇ ਸਮੋਸੇ ਪੈਕ ਕਰ ਦਿਓ। ਤੇ ਇੱਕ ਦਿਨ 'ਚ ਤੁਸੀਂ ਕਿੰਨੇ ਸਮੋਸੇ ਬਣਾ ਕੇ ਵੇਚ ਦਿੰਦੇ ਹੋ? ਇਹ ਤਕਰੀਬਨ ਕੋਈ ਅੱਜ ਕੱਲ੍ਹ ਤਾਂ ਥੋੜ੍ਹਾ ਜਿਹਾ ਘੱਟ ਆ ਨਾ, ਉੱਦਾਂ 400-500 ਦੇ ਕਰੀਬ ਮੈਂ ਬਣਾ ਸਕਦਾ। ਪਰ ਇਹ ਗੱਲ ਹੈ ਨਾ, ਮੈਂ ਬਣਾਉਣੇ ਆਪ ਆ, ਕਿਸੇ ਨੂੰ ਮੈਂ ਲਾਉਣਾ ਨਹੀਂਗਾ। ਜੇ ਮੈਂ ਜਰਮਨ ਵੀ ਜਾਣਾ ਆ ਤਾਂ ਮੈਂ 1 ਮਹੀਨੇ ਲਈ ਉੱਥੇ ਲਿਖ ਕੇ ਲਾਉਣਾ ਪੈਂਦਾ ਮੈਨੂੰ, ਦੁਕਾਨ ਦੇ ਉੱਤੇ ਬੈਨਰ ਲਾਉਣਾ ਪੈਂਦਾ, ਜਾਂ ਟੇਬਲਾਂ ਦੇ ਉੱਤੇ ਮੈਂ ਲਾ ਦਿੰਦਾ, ਗਾਹਕ ਆਪੇ ਹੀ ਪੜ੍ਹ ਲੈਂਦੇ ਆ ਕਿ ਇਹ ਦੁਕਾਨ ਰੂਸ ਦੀ ਇਹ ਇੰਨੀ ਤਰੀਕ ਤੋਂ ਇੰਨੀ ਤਰੀਕ ਬੰਦ ਰਹਿਣੀ ਆ। ਤਾਂ ਜਿਹੜਾ ਲੋਕ ਦੂਰੋਂ ਆਏ ਆ ਉਹਨਾਂ ਨੇ ਤਾਂ ਆਪੇ ਹੀ ਪੜ੍ਹ ਕੇ ਨਹੀਂ ਆਉਣਾ ਹੈਗਾ ਮੇਰੀ ਦੁਕਾਨ ਤੱਕ ਉਸ ਤਰੀਕ ਤੱਕ। ਕਦੀ ਕਦੀ ਮੈਂ ਜਰਮਨ ਤੋਂ 2 ਦਿਨ ਪਹਿਲੋਂ ਵੀ ਆ ਜਾਂਦਾ ਆ ਖੁਸ਼ੀ ਨਾਲ। ਜਦੋਂ ਮੈਂ ਪਹਿਲੋਂ ਆ ਜਾਂਦਾ ਤੇ ਜੇ ਮੈਨੂੰ ਕੋਈ ਲੋਕ ਦੇਖ ਲੈਂਦੇ ਵੀ ਦੁਕਾਨ ਹੁਣ ਖੁੱਲੂਗੀ, ਉਹ ਟਾਈਮ ਹੋ ਗਿਆ ਆ, 2 ਦਿਨ ਰਹਿ ਗਏ ਆ, ਤਾਂ ਮੈਨੂੰ ਲੋਕ ਕਹਿੰਦੇ ਵੀ ਹੁਣ ਤਾਂ ਉਹ ਤੁਸੀਂ ਉਦਣ ਹੀ ਖੋਲੀ। ਮੈਂ ਕਿਹਾ ਨਹੀਂ, ਜੋ ਮੇਰੀ ਡੇਟ ਦਿਖੀ ਮੈਂ ਉਦਣ ਹੀ ਦੁਕਾਨ ਖੋਲ੍ਹਣਾ। ਤੇ ਜਿੱਦਣ ਮੈਂ ਫਿਰ ਦੁਕਾਨ ਖੋਲ੍ਹ ਲੈਂਦਾ ਆ ਤਾਂ ਫਿਰ ਲੋਕਾਂ ਨੂੰ ਪਤਾ ਹੀ ਹੁੰਦਾ ਆ ਵੀ ਅੱਜ ਇਹ ਫੇਸਬੁੱਕ 'ਤੇ ਪਾ ਦਿੰਦਾ ਹੁੰਦਾ ਮੈਂ, ਫੇਸਬੁੱਕ ਮੇਰੀ ਚੱਲਦੀ ਆ ਤੇ ਸਾਰੇ ਬਸ ਫੇਸਬੁੱਕ ਉਦਣ ਚਲਾ ਦੇਣੀ ਅਸੀਂ। ਉਹ ਫੇਸਬੁੱਕ ਜੋ ਚਲਾਤੀ ਤਾਂ ਫਿਰ ਲੋਕਾਂ ਨੇ ਕੋਈ ਗਰਾਇਆਂ ਤੋਂ, ਕੋਈ ਕਿਤੋਂ, ਕੋਈ ਫਲੋਰੋਂ, ਕੋਈ ਕਿਤੋਂ, ਉਹ ਸਾਰੇ ਫਿਰ ਚੱਲ ਪੈਂਦੇ ਆ ਤੇ ਚੱਲੀ ਆ ਜੀ। ਤੁਸੀਂ ਇੱਥੋਂ ਘਰੋਂ ਤਿਆਰ ਕਰਕੇ ਫਿਰ ਦੁਕਾਨ ਤੇ ਲੈ ਕੇ ਜਾਂਦੇ ਹੋ ਤੇ ਦੁਕਾਨ ਦੇ ਉੱਤੇ ਕਿੰਨੇ ਕੁ ਵਜੇ ਤੱਕ ਸਾਰੇ ਸਮੋਸੇ ਸੇਲ ਹੋ ਜਾਂਦੇ? ਮੈਂ ਦੁਕਾਨ ਦੇ ਉੱਤੇ ਮੇਰਾ ਟਾਈਮ ਲਿਖਿਆ 11 ਵਜੇ ਦਾ, ਉੱਥੇ ਮੈਂ 11 ਵਜੇ ਦਾ ਟਾਈਮ ਲਿਖਿਆ ਆ। ਇਹ ਲੋਕ ਜਿਹੜੇ ਨਾ 11 ਵਜੇ ਤੋਂ ਜਦੋਂ ਮਾੜਾ ਮੋਟਾ ਲੇਟ ਮੈਂ ਹੋਣ ਲੱਗਦਾ ਤਾਂ ਫਿਰ ਜਿੰਨੇ ਗਾਹਕ ਆ ਫਿਰ ਸਾਰੇ ਇਹ ਘਰ ਆਉਣੇ ਸ਼ੁਰੂ ਹੋ ਜਾਂਦੇ ਆ। ਉਹ ਥੋੜ੍ਹਾ ਜਿਹਾ ਟਾਈਮ ਜਦੋਂ ਹੋ ਜਾਂਦਾ ਗਾਹਕਾਂ ਨੂੰ ਹਰੇਕ ਨੂੰ ਪਤਾ ਆ ਕਿ ਇਹ ਦੁਕਾਨ 11 ਤੋਂ 2 ਤਾਈਂ ਖੁੱਲਦੀ ਆ, 2-2:30 ਤਾਈਂ। ਤਾਂ ਲੋਕ ਫਿਰ ਉਹ ਉੱਥੋਂ ਵੀ ਇੰਤਜ਼ਾਰ ਕਰਕੇ ਬੈਠ ਕੇ ਤਾਂ ਫਿਰ ਮੇਰੇ ਘਰ ਨੂੰ ਸ਼ੁਰੂ ਹੋ ਜਾਂਦੇ ਆਉਣੇ, ਗੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤੁਹਾਡਾ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਸਮਾਂ ਕਿੰਨਾ ਕੁ ਸੌਣ ਦਾ ਤੁਹਾਡਾ? ਸਮਾਂ ਮੇਰਾ ਰਾਤ ਨੂੰ ਸੌਣ ਦਾ ਹਮੇਸ਼ਾ ਹੀ ਇਹ 9 ਵਜੇ ਦਾ 9 ਵਜੇ ਸੌਂ ਕੇ ਨਾ ਮੈਂ ਦੇਖੋ, ਮੈਂ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਮੈਂ ਅੱਜ ਤੱਕ 4 ਵਜੇ ਤੋਂ ਕਦੀ ਲੇਟ ਨਹੀਂ ਹੋਇਆ। ਮੈਂ ਨੀਂਦ ਦੇ ਵਿੱਚ ਮੈਂ ਉਸ ਵੇਲੇ 4 ਵਜੇ ਮੈਂ ਉੱਠ ਖੜਨਾ ਹੈਗਾ। ਕਿਉਂਕਿ 70 ਸਾਲ ਦੀ ਉਮਰ ਹੈ ਤੁਹਾਡੀ, ਹੱਥੀਂ ਸਾਰਾ ਕੰਮਕਾਜ ਕਰਦੇ ਹੋ, ਭੱਜ ਨੱਠ ਵੀ ਹੁੰਦੀ ਹੈ, ਦੁਕਾਨ ਤੇ ਵੀ ਜਾਣਾ, ਥਕਾਵਟ ਨਹੀਂ ਹੁੰਦੀ? ਨਹੀਂ, ਥਕਾਵਟ ਮੈਨੂੰ ਹੁੰਦੀ ਆ। ਮੈਨੂੰ ਇਸੇ ਜੋ ਤੁਸੀਂ ਅੱਜ ਮੈਨੂੰ ਇਹ ਥਕਾਵਟ ਬਾਰੇ ਪੁੱਛਿਆ ਨਾ, ਇੱਕ ਇੱਥੇ ਸਾਡੇ ਹੈਗਾ ਇੰਗਲਿਸ਼ ਪੱਤਰਕਾਰ ਆ, ਉਹ ਮੇਰੀ ਕਦਰ ਬਹੁਤ ਕਰਦਾ। ਇੱਥੇ ਇੰਗਲਿਸ਼ ਦਾ ਪੱਤਰਕਾਰ ਆ, ਉਹ ਮੇਰੇ ਕੋਲ ਆਉਂਦਾ ਹੁੰਦਾ ਰੂਸ, ਕਹਿੰਦਾ ਹੋਰ ਕਿੰਨੀ ਦੇਰ ਤੱਕ ਕੰਮ ਕਰਨਾ ਆ? ਕਹਿੰਦਾ ਹੁਣ ਤੇ ਕੁਰਸੀ 'ਤੇ ਬੈਠ ਕੇ ਕੰਮ ਕਰ ਲਿਆ, ਪਹਿਲਾਂ ਮੈਂ ਖੜ੍ਹ ਕੇ ਕੰਮ ਕਰਦਾ ਹੁੰਦਾ ਸੀ, ਹੁਣ ਮੈਂ ਉੱਥੇ ਕੁਰਸੀ 'ਤੇ ਬੈਠ ਕੇ ਕੰਮ ਕਰਦਾ ਆ। ਕਿਉਂ? ਅੱਗੇ ਮੈਂ ਖੜ੍ਹਾ ਕੰਮ ਕਰਦਾ ਸੀ, ਹੁਣ ਮੈਨੂੰ ਖੜ੍ਹੇ ਨੂੰ ਥਕੇਵਾਂ ਜ਼ਰੂਰ ਆਉਂਦਾ ਆ। ਪਰ ਮੈਂ ਦੇਖੋ, ਨਾ ਮੈਂ ਕਦੀ ਸ਼ਰਾਬ ਪੀਂਦਾ ਆ, ਨਾ ਮੈਂ ਕੋਈ ਸਿਗਰਟ ਪੀਂਦਾ ਆ, ਕੋਈ ਮੈਨੂੰ ਇੱਦਾਂ ਦਾ ਹੈਲਪਿਆ ਨਹੀਂਗਾ ਕਿ ਨਾ। ਦੇਖੋ ਪਰਮਾਤਮਾ ਨੇ ਵਧੀਆ ਸਿਹਤ ਦਿੱਤੀ ਆ, ਸ਼ੂਗਰ ਬਲੱਡ ਕੁਛ ਵੀ ਪਰਮਾਤਮਾ ਤੋਂ ਸਾਰਾ ਕੁਛ ਸਹੀ ਆ। ਬਿਲਕੁਲ, ਤਾਂ ਹੀ ਤੰਦਰੁਸਤੀ ਦਾ ਰਾਜ ਇਹੀ ਆ। ਅੱਛਾ, ਕਹਿੰਦੇ ਨੇ ਕਿ ਜਦੋਂ ਅਸੀਂ ਘਰ 'ਚ ਕੋਈ ਆਪ ਚੀਜ਼ ਬਣਾਈਏ ਨਾ, ਜਿਹੜੀ ਸਾਡੇ ਘਰ ਦੀ ਆਪਦੀ ਚੀਜ਼ ਹੋਵੇ, ਅਸੀਂ ਬੜੀ ਘੱਟ ਖਾਂਦੇ ਆ। ਤੁਸੀਂ ਦੱਸੋ ਕਿ ਆਪਣੇ ਘਰ ਦੇ ਕਿੰਨੇ ਕੁ ਸਮੋਸੇ ਖਾਂਦੇ ਆ? ਮੈਂ ਕਿਹਾ ਜਿਹੜੇ ਨਾ ਸਾਡੇ ਹੁਣ ਘਰ ਦੇ ਜਿੰਨੇ ਵੀ ਆ, ਇਹ ਸਵੇਰ ਨੂੰ ਨਾ ਇਹ ਸਾਡੇ ਘਰ ਦੇ ਵੀ ਤਕਰੀਬਨ ਖਾਂਦੇ ਆ। ਤਾਂ ਉੱਦਾਂ ਵੀ ਮੈਨੂੰ ਘਰ ਦੇ ਵਿੱਚ ਕੋਈ ਸਬਜ਼ੀ ਵਧੀਆ ਬਣਾਉਣੀ ਹੋਵੇ ਤਾਂ ਉਹ ਮੈਂ ਆਪਣੇ ਹੱਥ ਨਾਲ ਬਣਾਉਂਦਾ। ਮੈਂ ਨੂੰਹਾਂ ਨੂੰ ਕਹਿੰਦਾ ਹੁੰਦਾ ਤੁਸੀਂ ਨਹੀਂ ਇਹ ਬਣਾਉਣੀ, ਇਹ ਮੈਂ ਬਣਾਉਣੀ ਆ, ਇਹ ਮੈਂ ਬਣਾਉਂਦਾ ਨਾ। ਉਦੋਂ ਤਾਂ ਬੜੀ ਖੁਸ਼ ਹੋ ਜਾਂਦੀਆਂ ਨੇ ਨੌਵਾਂ ਕਿ ਚਲ ਸ਼ੁਕਰ ਆ ਡੈਡੀ ਕੰਮ ਕਰ ਰਹੇ ਆ। ਦੇਖੋ ਗੱਲ ਸੁਣੋ, ਮੈਨੂੰ ਸ਼ੁਰੂ ਤੋਂ ਹੀ ਨਾ ਰਸੋਈ ਦੇ ਵਿੱਚ ਕਈ ਸਬਜ਼ੀਆਂ ਮੈਂ ਆਪ ਬਣਾਉਂਦਾ ਆ। ਦੇਖੋ ਜਿਹੜੀ ਨਾ ਮੈਂ ਗੱਲ ਕਰਦਾ ਵੀ ਸਾਡੇ ਜਿਹੜੀ ਨਾ ਭਿੰਡੀ ਤੋਰੀ ਬਣਾਉਂਦੇ ਨਾ, ਉਹ ਭਿੰਡੀਆਂ ਇੱਕ ਵਾਰੀ ਮੈਂ ਬਣਾਈਆਂ ਹੋਈਆਂ ਭਿੰਡੀਆਂ, ਸਾਡੇ ਕੋਲ ਰਿਸ਼ਤੇਦਾਰ ਆ ਗਿਆ ਇੱਥੇ, ਉਹ ਨਾ ਜਨਾਨੀ ਭਿੰਡੀਆਂ ਖਾਵੇ, ਭਿੰਡੀ ਕਹਿੰਦੀ ਕੱਲੀ ਹੋਈ ਪਈ ਆ,
ਕਹਿੰਦੀ ਮਾਸੜ ਜੀ ਨੇ ਆਪ ਬਣਾਈ ਆ। ਮੈਂ ਕਿਹਾ ਮੈਂ ਆਪ ਬਣਾਈਆਂ। ਉਹ ਕਹਿੰਦੀ ਵੀ ਮੈਨੂੰ ਵੀ ਇਦਾਂ ਦੀਆਂ ਭਿੰਡੀਆਂ ਬਣਾਉਣੀਆਂ ਸਿਖਾਓ। ਕਹਿੰਦੀ ਅਸੀਂ ਤਾਂ ਜਦੋਂ ਬਣਾਈ ਦੀਆਂ, ਕਹਿੰਦੀ ਸਾਡੇ ਤਾਂ ਬਾਬਾ ਕਹਿੰਦੀ ਕੜਾਹ ਬਣ ਜਾਂਦਾ ਏ, ਜਿੱਡੀਆਂ ਜਿੱਡੀਆਂ ਹੋ ਜਾਂਦੀਆਂ। ਕਹਿੰਦੀ ਇਹ ਭਿੰਡੀਆਂ, ਮੈਂ ਕਿਹਾ ਮੈਂ ਆਪ ਬਣਾਈਆਂ। ਕਹਿੰਦੀ ਮੈਨੂੰ ਵੀ ਇਹ ਦੱਸੋ ਵੀ ਇਹ ਭਿੰਡੀਆਂ ਤੁਸੀਂ ਇੰਨੀਆਂ ਖੁੱਲ੍ਹੀਆਂ ਖੁੱਲ੍ਹੀਆਂ ਖਿੱਲੇ ਵੇਖਲੇ ਬਣਾਈਆਂ। ਇਹ ਮੈਂ ਕਿਹਾ ਮੈਂ ਆਪ ਬਣਾਈਆਂ। ਕਹਿੰਦੀ ਮੈਂ ਤਾਂ ਕਦੀ ਇਦਾਂ ਦੀ ਦੇਖਿਆ ਹੀ ਨਹੀਂ ਕਿਹੜੀਆਂ। ਕਿਆ ਬਾਤ ਹੈ। ਸੋ ਇਹ ਇੱਕ ਮਿਹਨਤ ਹੈ, ਜਿਹੜੀ ਮਿਹਨਤ ਇਹਨਾਂ ਨੇ ਕੀਤੀ ਨਾ, ਅੱਜ ਉਹੀ ਮਿਹਨਤ ਇਹਨਾਂ ਦੇ ਅੰਦਰੋਂ ਖੁਸ਼ੀ ਦੇ ਨਾਲ ਬੋਲਦੀ ਪਈ ਹੈ। ਕਿਉਂਕਿ ਅਸੀਂ ਬਹੁਤ ਸਾਰੇ ਲੋਕ ਹੁੰਦੇ ਆ, ਅਸੀਂ ਕਹਿੰਦੇ ਕਿ ਅਸੀਂ ਭਾਂਡੇ ਨਹੀਂ ਮਾਂਜਣੇ, ਬਹੁਤ ਸ਼ਰਮ ਮਹਿਸੂਸ ਕਰਦੇ ਹਾਂ ਕਿ ਅਸੀਂ ਕਿਸੇ ਵੀ ਕੰਮ ਨੂੰ ਹੱਥ ਪਾਈਏ, ਚਾਹੇ ਕੋਈ ਵੀ ਕੰਮ ਹੋਵੇ। ਤੇ ਜਦੋਂ ਅਸੀਂ ਆਪ ਮਿਹਨਤ ਕਰਦੇ ਨਾ, ਤੇ ਇਹ ਜਿਹੜੀ ਮਿਹਨਤ ਸਾਨੂੰ ਇੱਥੋਂ ਚੁੱਕ ਕੇ ਤੇ ਇੱਥੇ ਲੈ ਕੇ ਜਾਂਦੀ ਹੈ। ਸੋ ਇਸੇ ਕਰਕੇ ਅੱਜ ਰੂਸ ਅੰਕਲ ਜੀ ਇੰਨੇ ਨੂਰ ਮਹਿਲ ਦੇ ਵਿੱਚ ਫੇਮਸ ਨੇ ਕਿ ਬਹੁਤ ਜਿਹੜੇ ਦੂਰੋਂ ਦੂਰੋਂ ਸਫ਼ਰ ਤੈਅ ਕਰਕੇ ਲੋਕ ਘਰ 'ਚ ਆਉਂਦੇ ਨੇ ਸਪੈਸ਼ਲ ਸਮੋਸੇ ਖਾਣ। ਜੇ ਘਰੇ ਨਹੀਂ ਅੰਕਲ ਮਿਲਦੇ, ਦੁਕਾਨ ਚਲੇ ਜਾਂਦੇ, ਦੁਕਾਨ 'ਤੇ ਨਹੀਂ ਮਿਲਦੇ, ਘਰ ਆ ਜਾਂਦੇ ਨੇ। ਕਿਉਂਕਿ ਕਿ ਸਮੋਸਿਆਂ ਦੇ ਵਿੱਚ ਖੁਸ਼ਬੂ ਐਸੀ ਹੈ, ਸਵਾਦ ਐਸਾ ਹੈ, ਤੇ ਇਹੀ ਸਵਾਦ ਕਰਕੇ ਲੋਕ ਜਿਹੜੇ ਨੇ ਖਿੱਚੇ ਇੱਥੇ ਆਉਂਦੇ ਨੇ। ਸੋ ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰ ਲੈਣੇ, ਜਿਸ ਤਰ੍ਹਾਂ ਡਾਕਟਰਾਂ ਦੀ ਗੱਲ ਕਰ, ਡਾਕਟਰ ਸਾਨੂੰ ਕਹਿੰਦੇ ਕਿ ਤਲਿਆ ਬਾਹਲਾ ਨਹੀਂ ਖਾਣਾ, ਪਰ ਇੱਥੇ ਤੁਹਾਡੇ ਕੋਲ ਡਾਕਟਰ ਵੀ ਆ ਕੇ ਸਮੋਸੇ ਖਾਂਦੇ ਨੇ। ਬਿਲਕੁਲ ਖਾਂਦੇ ਜੀ। ਹਾਂ, ਮੇਰੇ ਕੋ ਸਾਡੇ ਡਾਕਟਰ ਆ ਬਹੁਤ, ਇੱਥੇ ਦੇ ਰਿਟਾਇਰ ਹੋਏ ਆ, ਹੁਣ ਇੱਥੇ ਲੱਗੇ ਹੋਏ ਆ। ਚੰਦਰਮੋਹਨ ਜੀ ਆ, ਹੈਂ, ਹਾਂ, ਉਹ ਸਰਜੀਅਨ ਆ, ਵੱਡੇ ਸਰਜੀਅਨ ਆ ਉਹ ਡਾਕਟਰ। ਤੇ ਉਹ ਮੇਰੇ ਸਮੋਸਿਆਂ ਦੇ ਇੰਨੇ ਫੇਮਸ ਆ ਨਾ, ਤੁਸੀਂ ਗੱਲ ਛੱਡ ਦਿਓ। ਤੁਸੀਂ ਪਤਾ ਹੀ ਆ ਤੁਹਾਨੂੰ ਵੀ ਡਾਕਟਰਾਂ ਨੇ ਕਿੱਦਾਂ ਖਾਣਾ ਹੁੰਦਾ, ਪੁਣ ਕੇ ਖਾਣਾ ਹੁੰਦਾ ਨਾ। ਹਰ ਚੀਜ਼ ਉਹਨਾਂ ਨੇ ਟਿਕਾਣੇ ਸਿਰ ਖਾਣੀ ਦੀ, ਡਾਕਟਰ ਦੀ ਇੱਦਾਂ ਹੀ ਚੀਜ਼ ਡਾਕਟਰੀ ਲੈਣ ਹੁੰਦੀ ਹੈ। ਅੱਛਾ, ਜਦੋਂ ਮੇਰੇ ਕੋਲ ਉਹਨਾਂ ਨੇ ਸਮੋਸੇ ਲੈ ਕੇ ਜਾਣੇ ਤਾਂ ਮੇਰੇ ਬੇਟੇ ਨੂੰ ਪਹਿਲੋਂ ਫੋਨ ਕਰ ਦੇਣਾ ਆ ਕਿ ਸਾਰੇ ਸਟਾਫ ਲਈ ਸਮੋਸੇ ਸਾਨੂੰ ਚਾਹੀਦੇ ਆ। ਤੁਹਾਡੀ ਸ਼ਾਪ ਆ, ਉੱਥੇ ਬਹੁਤ ਸਾਰੇ ਹੋਰ ਵੀ ਦੁਕਾਨਾਂ ਹੋਣਗੀਆਂ ਸਮੋਸੇ ਵਾਲੀਆਂ, ਤੇ ਲੋਕ ਉੱਥੇ ਵੀ ਜਾਂਦੇ ਹੋਣੇ ਕਿ ਉਹ ਦੁਕਾਨ ਛੱਡ ਕੇ ਤੁਹਾਡੇ ਵੱਲ ਆ ਜਾਂਦੇ ਆ। ਹਾਂ, ਇੱਦਾਂ ਨਾ, ਜੇ ਮੈਂ ਹੁਣ ਕੋਈ ਦੁਕਾਨਦਾਰ ਕਰਦਾ ਇੱਕ ਦੂਜੇ ਨਾਲ, ਅਗਲਾ ਕਹਿੰਦਾ ਯਾਰ ਮੇਰੇ ਗਾਹਕ ਉੱਧਰ ਨਾ ਚੱਲ ਜਾਣ, ਉਹ ਗਾਹਕ ਇੱਧਰ ਨਾ ਚੱਲ ਜਾਣ। ਇੱਦਾਂ ਦਾ ਮੇਰੇ ਦਿਮਾਗ ਦੇ ਵਿੱਚ ਅੱਜ ਤੱਕ ਕਦੀ ਆਇਆ ਹੀ ਨਹੀਂਗਾ ਕਿ ਮੇਰੇ ਅੱਜ ਮੈਂ ਦੁਕਾਨ ਬੰਦ ਕੀਤੀ ਆ, ਗਾਹਕ ਉੱਧਰ ਚਲੇ ਜਾਣੇ ਆ, ਉਹਨੇ ਸਵਾਦ ਬਣਾਤੇ, ਇਹਨੇ ਸਵਾਦ ਬਣਾਤੇ। ਜਿਹੜੇ ਮੇਰੇ ਸਮੋਸੇ ਆ ਨਾ, ਮੈਨੂੰ ਆਪਣੇ ਆਪ ਨੂੰ ਪਰਮਾਤਮਾ ਵੱਲੋਂ ਥਾਪਨਾ ਦਿੱਤੀ ਹੋਈ ਆ ਕਿ ਕੋਈ ਬਣਾਈ ਜਾਵੇ, ਕਿੱਦਾਂ ਦੇ ਬਣਾਈ ਜਾਵੇ, ਲੇਕਿਨ ਜਿਹਨੇ ਮੇਰੇ ਹੱਥ ਦੇ ਸਮੋਸੇ ਬਣ ਕੇ ਖਾਣੇ ਨਾ, ਉਹਨਾਂ ਨੇ ਤਾਂ ਉਹੋ ਹੀ ਖਾਣੇ ਆ। ਉਹਨਾਂ ਨੇ ਨਹੀਂ, ਯਕੀਨ ਨਹੀਂ ਉਹਨਾਂ ਨੂੰ ਹੋਰ ਕੋਈ ਜਿਹੜੇ ਮੇਰੇ ਖਵਾਉਣਾ। ਉਹ ਤੋਂ ਬਾਅਦ ਕਿਸੇ ਦੀ ਮਜਬੂਰੀ ਹੁੰਦੀ ਆ, ਚਲੋ ਯਾਰ ਟਾਈਮ ਸਾਰਨਾ ਆ, ਚਲੋ ਇੱਥੋਂ ਲੈ ਆਓ, ਉੱਥੋਂ ਲੈ ਆਓ, ਤੇ ਉਹ ਵੀ ਗੱਲ ਹੁੰਦੀ ਆ। ਜਿੱਦਾਂ ਹੁਣ ਇੱਥੇ ਕਈ ਦੁਕਾਨਦਾਰ ਹੈਗੇ, ਹਲਵਾਈ ਦੀ ਦੁਕਾਨਾਂ ਦੇ ਸਮੋਸੇ ਵੜਦੇ, ਉਹਨਾਂ ਦੀ ਮਠਿਆਈ ਬਹੁਤ ਟੌਪ 'ਤੇ ਆ, ਨਾਂ ਆ ਉਹਨਾਂ ਦਾ, ਪਰ ਸਮੋਸੇ ਉਹਨਾਂ ਨੇ ਮੇਰੇ ਕੋਲ ਖਾਣੇ ਆ। ਤੁਸੀਂ ਰੇੜੀਆਂ ਤੋਂ ਗੱਡੀਆਂ ਤੇ ਆਏ ਹੋ, ਹਨਾ? ਰੇੜੀ ਇੱਕ ਛੋਟੀ ਜਿਹੀ ਚਲਾਉਂਦੇ ਸੀ, ਹੁਣ ਗੱਡੀਆਂ 'ਚ ਘੁੰਮਦੇ ਫਿਰਦੇ ਹੋ, ਤੇ ਉਹ ਰੇੜੀ ਇਸ ਕਰਕੇ ਰੱਖੀ ਹੈ ਕਿ ਤੁਹਾਨੂੰ ਯਾਦ ਵੀ ਆਉਂਦੀ ਰਹੇ ਕਿ ਮੈਂ ਇਸੇ ਰੇੜੀ ਤੋਂ ਉੱਠਿਆ ਸੀ। ਹਾਂ, ਮੈਂ ਇੱਦਾਂ ਗੱਲ ਕਰਦਾ ਸੀ ਕਿ ਮੈਂ ਮਤਲਬ ਇੱਦਾਂ ਕਹਿੰਦਾ ਸੀ ਵੀ ਮੈਂ ਕਿਹਾ ਬਈ ਕੋਈ ਵੀ ਇੱਦਾਂ ਦੀ ਮੇਰੇ ਕੋਲ ਕੋਈ ਬੇਈਮਾਨੀ ਨਹੀਂ, ਕੁਛ ਨਹੀਂ, ਤਾਂ ਮੈਂ ਇਨਸਾਫ ਦੇ ਨਾਲ ਇਹ ਮਿਹਨਤ ਕਰਦਾ ਗਿਆ, ਤਾਂ ਮੈਂ ਛੋਟੀ ਛੋਟੀ ਮਿਹਨਤ ਕਰਕੇ ਤਾਂ ਮੈਂ ਸਫਲਤਾ ਲੈਂਦਾ ਰਿਹਾ। ਤਾਂ ਮੇਰੇ ਜਿਹੜੇ ਬੱਚੇ ਆ ਬਾਹਰ ਜਾ ਕੇ ਤਾਂ ਉਹ ਵੀ ਚੰਗੀ ਨੌਕਰੀ ਕਰ ਰਹੇ ਆ, ਚੰਗੇ ਪੈਸੇ ਵੀ ਕਮਾ ਰਹੇ, ਉੱਥੇ ਨੌਕਰੀਆਂ ਵਧੀਆ ਕਰ ਰਹੇ ਆ, ਬੱਚੇ ਵੀ ਉਹਨਾਂ ਦੇ ਉੱਥੇ ਆ। ਮੈਨੂੰ ਉਹਨਾਂ ਦਾ ਆਸਰਾ ਵੀ ਬਹੁਤ ਆ, ਤਾਂ ਮੈਨੂੰ ਆਪਣੇ ਆਪ ਦਾ ਵੀ ਬਹੁਤ ਆ ਵੀ ਚਲੋ ਮੈਨੂੰ ਇਹਦੇ ਕੁਦਰਤ ਨੇ ਇਹ ਵਧੀਆ ਰੋਟੀ ਚੱਲਦੀ, ਸਾਡੀ ਵਧੀਆ ਚੱਲ ਰਹੀ ਆ, ਕਿਸੇ ਨਾਲ ਇੱਦਾਂ ਦੀ ਗੱਲਬਾਤ ਨਹੀਂ ਹੈਗੀ। ਕਿਉਂ ਰੇਹੜੀ ਰੱਖਣ ਦੇ ਨਾਲ ਮੈਨੂੰ ਇੱਦਾਂ ਆ, ਇਹ ਮੈਂ ਇਸ ਗੱਲ ਦਾ ਵਧੀਆ ਸਮਝਦਾ ਆ ਕਿ ਮੈਨੂੰ ਹਰ ਬੰਦਾ ਕਹਿੰਦਾ ਲਓ ਜੀ ਰੂਸ ਕੌਣ, ਰੇਹੜੀ ਵਾਲਾ। ਕੀ ਬਾਤ ਹੈ। ਤੁਸੀਂ ਆਪਣੇ ਆਪ ਤੇ ਫਖਰ ਮਹਿਸੂਸ ਕਰਦੇ ਹੋ ਕਿ ਮੈਨੂੰ ਰੇਹੜੀ ਵਾਲਾ ਕਹਦੇ, ਕੋਈ ਚੱਕਰ ਨਹੀਂ? ਨਹੀਂ, ਕੋਈ ਚੱਕਰ ਨਹੀਂ ਆ। ਜਿੱਦਾਂ ਤੁਸੀਂ ਕਹਿੰਦੇ ਆ, ਉਹ ਜਿਹੜੇ MDH ਵਾਲੇ ਮਸਾਲੇ ਵਾਲੇ ਆ ਨਾ, ਉਹਨਾਂ ਨੂੰ ਕਿੱਥੋਂ ਦੇ ਕਿੱਥੇ ਲੋਕ ਕਹਿੰਦੇ ਆ ਕਿ ਉਹਨਾਂ ਦਾ ਪਿੱਛੋਂ ਨਾ ਬੈਕ ਆ ਜਾਂਦਾ ਸੀ ਕਿ ਨਹੀਂ। ਇਹ ਇਸੇ ਤਰ੍ਹਾਂ ਹੀ ਮੈਨੂੰ ਮਤਲਬ ਇਹ ਵਧੀਆ ਲੱਗਦਾ, ਮੈਨੂੰ ਮਾੜਾ ਨਹੀਂ ਲੱਗਦਾ ਹੈਗਾ। ਜੇ ਮੈਨੂੰ ਰੇਹੜੀ ਵਾਲਾ ਕਹਿ ਦਿੱਤਾ ਤਾਂ ਮੇਰੀ ਤਾਂ ਰੋਟੀ ਰੋਜੀ ਇਹ ਹੀ ਆ, ਮੈਂ ਤਾਂ ਇੱਥੋਂ ਹੀ ਲਈ ਆ ਸਾਰਾ ਕੁਛ। ਜਿੱਦਾਂ ਇੱਥੇ ਸਾਡੇ GNA ਵਾਲੇ ਆ, ਇੱਥੇ ਕਾਰਖਾਨਾ ਬਹੁਤ ਵੱਡਾ, ਉੱਥੇ ਲੋਕ ਬਹੁਤ ਕੰਮ ਕਰਦੇ ਆ। ਉਹ ਸਿਰਫ ਉਹਨੂੰ ਇੰਜਣ ਨੂੰ ਧੂਪ ਦਿੰਦੇ ਆ, ਉਹ ਇੰਜਣ ਤੋਂ ਹੀ ਅਰਬਾਪਤੀ ਬਣ ਗਿਆ, ਇੰਜਣ ਤੋਂ ਹੀ ਬਣੇ ਆ ਉਹ ਇੰਜਣ ਨੂੰ ਧੂਪ ਦਿੰਦੇ ਆ, ਜਿਹਦੇ ਛੋਟੇ ਇੰਜਣ ਤੋਂ ਹੀ ਉਹ ਉੱਪਰ ਚਲੇ ਗਏ ਸੀਗੇ। ਇਸੇ ਤਰ੍ਹਾਂ ਹੀ ਆ, ਤੁਸੀਂ ਛੋਟੀ ਚੀਜ਼ ਤੋਂ ਨਾ ਮਿਹਨਤ ਕਰ ਲਓ ਤੇ ਤੁਹਾਨੂੰ ਦਿਮਾਗ 'ਚ ਰੱਖਿਆ ਹੋਵੇ ਕਿ ਤੁਹਾਡੇ ਮਨ 'ਚ ਹੋਵੇ
ਕਿ ਆਪਾਂ ਆ ਚੀਜ਼ ਦੀ ਸਫਲਤਾ ਲੈਣੀ ਆ ਤੇ ਆਪਾਂ ਲੈ ਸਕਦੇ ਆ। ਪੜ੍ਹੇ ਕਿੰਨਾ ਕੁ ਤੁਸੀਂ? ਮੈਂ ਪੜ੍ਹਿਆ ਤਾਂ ਥੋੜਾ ਹੀ ਸੀ, ਬਿਲਕੁਲ ਹੀ ਘੱਟ ਪੜ੍ਹਿਆ। ਤੁਸੀਂ ਮੰਨ ਨਹੀਂ ਸਕਦੇ ਹਜੇ ਤੱਕ ਮੈਂ ਨਾ, ਤੁਸੀਂ ਕਹੋਗੇ ਕਿ ਇਹ ਫੇਮਸ ਬੰਦਾ ਇੱਕੋ ਹੀ ਇਦਾਂ ਦਾ ਕਿਉਂ ਆ। ਦੇਖੋ ਮੋਬਾਈਲ ਮੈਂ ਨਹੀਂ ਅੱਜ ਤੱਕ ਰੱਖਿਆ, ਕੋਈ ਮੇਰੇ ਕੋਲ ਮੋਬਾਈਲ ਨੰਬਰ ਨਹੀਂ, ਸਿਰਫ ਇਹਦਾ ਮੁੰਡੇ ਦਾ ਆ। ਸਿਰਫ ਮੈਂ ਕੋਈ ਮੋਬਾਈਲ ਨੰਬਰ ਨਹੀਂ, ਮੇਰੇ ਕੋਲ ਕੁਛ ਨਹੀਂ। ਜਦੋਂ ਮੈਨੂੰ ਕਿਸੇ ਨੇ ਪੁੱਛਣਾ ਜਾਣਾ ਆਉਣਾ ਤਾਂ ਮੈਨੂੰ ਵੈਸੇ ਹੀ ਬੰਦਾ ਦੂਸਰੇ ਦੇ ਫੋਨ ਤੇ ਪੁੱਛ ਸਕਦਾ ਵੀ ਉੱਥੇ ਗਏ ਆ। ਤਾਂ ਮੈਂ ਆਪਣੇ ਕੋਲ ਅਜੇ ਤੱਕ ਕੋਈ ਮੋਬਾਈਲ ਨਹੀਂ ਰੱਖਿਆ। ਵੈਸੇ ਤੁਸੀਂ ਦੱਸਿਆ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਸੀ 40 ਪੈਸੇ ਦਾ ਸਮੋਸਾ ਜਿਹੜਾ ਵਿਕਦਾ ਸੀ, ਹੈ ਨਾ, ਤੇ ਹੁਣ ਇਸ ਟਾਈਮ ਤੇ ਜਿਹੜੀ ਇੱਕ ਪਲੇਟ ਹੈ ਤੁਸੀਂ ਕਿੰਨੇ ਦੀ ਵੇਚ ਰਹੇ ਹੋ? ਇਸ ਵੇਲੇ ਅਸੀਂ ਵੇਚ ਰਹੇ ਹਾਂ ਪਲੇਟ 50 ਰੁਪਏ ਦੀ। ਅੱਛਾ ਜੀ। ਤੇ ਕਿਸੇ ਟਾਈਮ 'ਚ ਇਹੀ ਜਿਹੜੇ ਸਮੋਸੇ ਖਾਂਦੇ ਆ ਤੁਸੀਂ, ਤਾਂ ਇਹ 40 ਪੈਸਿਆਂ ਦੇ ਵੀ 2 ਖਾਂਦੇ ਸੀ, ਤਾਂ ਹੁਣ 50 ਰੁਪਏ ਦੇ 2 ਆ ਅੱਜ। ਜਦੋਂ ਸਮੋਸੇ ਲੋਕ ਖਾ ਰਹੇ ਸੀ ਅਸੀਂ ਦੇਖ ਰਹੇ ਸੀ ਕਿ ਬਿਲਕੁਲ ਤੇਲ ਵਾਲਾ ਨਹੀਂ ਸੀ, ਆਇਲੀ ਹੈ ਹੀ ਨਹੀਂ ਸੀ ਉਹ, ਹੈ ਨਾ। ਉਹ 'ਚ ਖਾਸ ਕੀ ਤੁਸੀਂ ਕਿਹੜਾ, ਵੈਸੇ ਆਮ ਤੌਰ ਤੇ ਲੋਕ ਸਰੋਂ ਤੇਲ 'ਚ ਜਾਂ ਰਿਫਾਈਨਡ 'ਚ ਸਮੋਸਾ ਕੱਢਦੇ ਨੇ, ਤੇ ਤੁਹਾਡਾ ਜਿਹੜਾ ਦੇਖ ਰਹੇ ਸੀ ਕਿ ਤੁਸੀਂ ਟੀਨ ਰੱਖੇ ਹੋਏ ਘਿਓ ਦੇ। ਹਾਂ, ਇਹ ਜਿਹੜਾ ਨਾ ਸ਼ੁਰੂ ਤੋਂ ਹੀ ਮਤਲਬ ਜਿਹੜੇ ਲੋਕ ਹੁਣ ਵਰਤਦੇ ਆ ਵੱਡੀਆਂ ਦੁਕਾਨਾਂ 'ਚ, ਲੁਧਿਆਣੇ ਜਲੰਧਰ ਸਾਰੇ, ਜਿਹੜੇ ਇਹ ਮੇਰੇ ਸਮੋਸੇ ਆ ਇਹ ਘੇ ਦੇ ਵਿੱਚ ਹੀ ਨਿਕਲਦੇ ਆ। ਸ਼ੁਰੂ ਤੋਂ ਜਿਹੜਾ ਮੈਂ ਘੇ ਵਰਤਦਾ ਇਹਦੇ ਵਿੱਚ ਪਨਗੜ ਦਾ, ਇਹ ਵੀ ਕੋਈ 60 ਸਾਲ ਪੁਰਾਣਾ ਘੇ ਆ ਜਿਹੜਾ ਮੈਂ ਅੱਜ ਵੀ ਵਰਤਦਾ। ਇਸ ਘੇ ਨੂੰ ਹੀ ਮੈਂ ਸ਼ੁਰੂ ਤੋਂ ਹੀ ਨਹੀਂ ਮੈਂ ਛੱਡਿਆ, ਇਹੀ ਘੇ ਦਾ ਮੈਂ ਕੰਮ ਕਰਦਾ ਇਸੇ ਘੇ 'ਚ। ਕੀ ਬਾਤ ਹੈ। ਉਦੋਂ ਮਨ ਭਾਵੁਕ ਹੋਇਆ ਸੀ ਜਦੋਂ ਵੱਡੀ ਕੋਠੀ ਬਣ ਗਈ ਸੀ, ਗੱਡੀਆਂ ਆ ਗਈਆਂ ਘਰ ਦੇ ਵਿੱਚ ਖੜੀਆਂ, ਤੇ ਉਦੋਂ ਫੀਲਿੰਗ ਕਿਹੋ ਜਿਹੀ ਸੀ? ਅੰਦਰੋਂ ਕੀ ਮਹਿਸੂਸ ਹੁੰਦਾ ਸੀ ਤੁਹਾਨੂੰ? ਅੰਦਰੋਂ ਮਹਿਸੂਸ ਇਹ ਹੁੰਦਾ ਸੀਗਾ ਵੀ ਚਲੋ ਕੰਮਕਾਰ ਵਧੀਆ, ਮੈਨੂੰ ਲੋਕ ਸਮੋਸੇ ਵਿਕਦੇ ਆ ਤੇ ਨਾਂ ਚੱਲਦਾ ਸੀਗਾ, ਤੇ ਜਿੱਧਰ ਮਰਜੀ ਜਾਣਾ ਉੱਧਰ ਜਾਣਾ ਇੱਧਰ ਜਾਣਾ, ਤੇ ਲੋਕਾਂ ਨੇ ਕਾਫੀ ਕਰਕੇ ਤਾਂ ਇਸ ਨਾਂ ਨੂੰ ਚੇਤੇ ਕਰ ਲਿਆ। ਜਿਵੇਂ ਨੂਰ ਮਹਿਲ ਨੂੰ ਯਾਦ ਕੀਤਾ ਜਾਂਦਾ, ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਹਨ। ਤੇ ਮੈਨੂੰ ਲੱਗਦਾ ਕਿ ਇਦਾਂ ਹੁਣ ਲੋਕ ਇਹ ਵੀ ਕਹਿ ਕਰਨਗੇ ਕਿ ਰੂਸ ਵਾਲਾ ਸਮੋਸੇ ਵਾਲਾ ਵੀ ਉੱਥੇ ਆ। ਹਾਂ, ਇਹ ਵੀ ਚੱਲਦਾ ਹੁੰਦਾ ਸੀ ਗਾਣਾ, ਚੱਲਦਾ ਸੀ। ਠੀਕ ਆ। ਸੋ ਹੁਣ ਤੁਹਾਨੂੰ ਯਾਦ ਕਰਿਆ ਕਰਨਗੇ ਲੋਕ ਸਾਰੇ ਕਿ ਇੱਕ ਰੂਸ ਦੀ ਦੁਕਾਨ ਤੇ ਅਸੀਂ ਜਾਣਾ, ਕਿ ਉੱਥੇ ਸਮੋਸੇ ਖਾਣੇ। ਤੁਹਾਡਾ ਨਾਮ ਹਮੇਸ਼ਾ ਹੀ ਗੂੰਜਦਾ ਰਹੇਗਾ ਕਿ ਇੱਥੇ ਸਮੋਸੇ ਖਾਂਦੇ ਸੀ। ਮੇਰਾ ਨਾ ਜਿਹੜਾ ਰੂਸ ਨਾਂ ਪਾਇਆ ਜਾਂਦਾ, ਜਾਂ ਰੂਸ ਨਾਂ ਆ ਮੇਰਾ, ਇਹ ਮੈਂ ਜਦੋਂ ਮੈਂ 3 ਵਾਰੀ ਜਰਮਨ ਗਿਆ ਆ, ਤਾਂ ਮੈਨੂੰ ਮੇਰੇ ਭਾਈ ਸਾਹਿਬ ਨੇ ਕਿਹਾ ਕਿ ਗੋਰੇ ਨੇ ਕਿਹਾ, ਕਿਸੇ ਨੇ ਉੱਧਰਲੇ ਅੰਗਰੇਜ਼ ਨੇ, ਵੀ ਇਕੱਠੇ ਖਾਂਦੇ ਪੀਂਦੇ ਸੀ ਬੈਠੇ, ਕਹਿੰਦੇ ਵੀ ਤੁਹਾਡੇ ਭਾਈ ਸਾਹਿਬ ਆਏ ਆ ਇੰਡੀਆ ਤੋਂ, ਇਹਨਾਂ ਦਾ ਕੀ ਨਾਂ ਆ? ਤੇ ਉਹਨੇ ਸਿੱਧਾ ਹੀ ਕਹਿ ਤਾ ਇਹਨਾਂ ਦਾ ਨਾਂ ਰੂਸ ਆ। ਤੇ ਉਹ ਹੱਸੇ ਬਹੁਤ, ਗੋਰੇ ਹੱਸੇ, ਤਾੜੀਆਂ ਮਾਰਨ ਲੱਗ ਪਏ। ਤੇ ਉਹ ਕਹਿੰਦੇ ਵੀ ਅਸੀਂ ਨਾ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਜਿੰਨੀ ਦੁਨੀਆ ਵੱਸਦੀ ਆ, ਇੱਕ ਨਾਂ ਦਾ ਇੱਕ ਹੀ ਬੰਦਾ ਦੇਖਿਆ ਜਿਹਦਾ ਨਾਂ ਰੂਸ ਆ। ਰੂਸ ਕਿਸੇ ਦਾ ਨਾਂ ਹੋਰ, ਕਹਿੰਦਾ ਦੁਨੀਆ 'ਚ ਕਿਸੇ ਦਾ ਨਾਂ ਰੂਸ ਹੈ ਨਹੀਂਗਾ ਦੂਜਾ ਨਾਂ। ਉਹ ਕਹਿੰਦਾ ਵੀ ਅਸੀਂ ਇਸ ਚੀਜ਼ 'ਤੇ ਬਹੁਤ ਫੇਮਸ ਹੋ ਗਏ। ਉਹ ਗੋਰੇ ਕਹਿੰਦੇ ਵੀ ਅਸੀਂ ਇੱਕ ਨਾਂ ਦਾ ਇੱਕ ਬੰਦਾ ਹੀ ਦੇਖਿਆ, ਨਹੀਂ ਤਾਂ ਸਾਰਿਆਂ ਦੇ ਨਾਂ ਕਰੋੜਾਂ ਨਾਂ ਇੱਕ ਦੂਜੇ ਨਾਲ ਨਾਂ ਰਲਦੇ ਆ। ਇਹ ਕਹਿੰਦਾ ਨਾਂ ਕਿਸੇ ਨਾਲ ਵੀ ਨਹੀਂ ਰਲਦਾ, ਇਹ ਰੂਸ ਜਿਹਨੂੰ ਕਿਹਾ ਜਾਂਦਾ ਆ। ਅਗਲਾ ਕਹਿੰਦਾ ਜੀ ਕੌਣ? ਕਹਿੰਦਾ ਜੀ ਰੂਸ ਸਮੋਸਿਆਂ ਵਾਲੇ। ਬਿਲਕੁਲ ਜੀ। ਤੇ ਇਸ ਕਰਕੇ ਜੀ ਹੁਣ ਤੁਸੀਂ ਸਵੇਰੇ ਤੜਕੇ 4 ਵਜੇ ਕੰਮ ਸ਼ੁਰੂ ਕਰਦੇ ਹੋ ਔਰ 2-2:30 ਵਜੇ ਤੱਕ ਤੁਹਾਡਾ ਕੰਮ ਜਿਹੜਾ ਖਤਮ ਹੋ ਜਾਂਦਾ ਹੈ ਨਾ, ਫਿਰ ਆ ਕੇ ਥੋੜੀ ਰੈਸਟ ਵੀ ਕਰਦੇ ਹੋ ਕਿ ਨਹੀਂ? ਨਹੀਂ, ਆ ਕੇ ਮੈਂ ਥੋੜਾ ਜਿਹਾ ਨਾ ਸਰੀਰ ਥੋੜਾ ਜਿਹਾ ਹੁਣ ਥੋੜਾ ਜਿਹਾ ਮਹਿਸੂਸ ਕਰਨ ਲੱਗਾ ਆ। ਮੈਂ ਵੀ ਘੰਟਾ 2 ਘੰਟੇ ਆ ਕੇ ਉੱਦਾਂ ਹੀ ਇਸ ਛੱਡ ਕੇ ਮੈਂ ਥੋੜਾ ਜਿਹਾ ਆਰਾਮ ਕਰ ਲੈਂਦਾ ਹੁੰਦਾ। ਮੈਂ ਉਦੋਂ ਬਾਅਦ ਫਿਰ ਮੈਂ ਸਰੀਰ ਮੇਰਾ ਠੀਕ ਹੋ ਜਾਂਦਾ ਆ। ਜਦੋਂ ਜਹਿਦ ਕਰਕੇ ਨਾ ਥੋੜਾ ਸਰੀਰ ਨਾਲ ਤਾਕਤ ਲਾਉਣਾ ਆ। ਤੇ ਹੁਣ ਤਾਕਤ ਲਾਉਣ, ਇੰਨੀ ਉਮਰ ਦੇ ਵਿੱਚ ਤਾਕਤ ਲੱਗਣ ਦਾ ਤੇ ਜ਼ੋਰ ਦਾ ਕੰਮ ਕਰਦਾ ਆ। ਤੇ ਮੈਂ ਕਿਸੇ ਕੋ ਕਰਾਉਣ ਨੂੰ ਮੇਰਾ ਮਨ ਨਹੀਂ ਕਰਦਾ ਕਿ ਤੂੰ ਮੈਦਾ ਪਾ ਦੇ, ਤੂੰ ਬੇਲ ਦੇ। ਮੈਨੂੰ ਯਕੀਨੀਅਤ ਨਹੀਂ ਆਉਂਦੀ ਕਿ ਕੋਈ ਮੇਰਾ ਜਿੰਨਾ ਚਿਰ ਮੈਂ ਜੀਵਤ ਮੇਰੀ ਹੈਗੀ ਆ, ਮੈਂ ਕਹਿੰਦਾ ਵੀ ਇਸ ਕਾਊਂਟਰ ਦੇ ਸਮੋਸੇ ਜਿੰਨਾ ਚਿਰ ਵੇਚਾਂ ਤਾਂ ਮੈਂ ਹੀ ਵੇਚਾਂ, ਹੋਰ ਕੋਈ ਬੰਦਾ ਖੜ ਕੇ ਵੇਚੇ ਨਾ। ਬਾਤ ਹੈ। ਅੱਛਾ ਅੰਕਲ ਜੀ, ਤੁਸੀਂ ਬੜੇ ਖੁਸ਼ ਮਜ਼ਾਜੀਆਂ ਜੇ ਹੋ, ਹੈ ਨਾ। ਜਦੋਂ ਸਵਾਲ ਕਰਦੀ ਬੜੇ ਖੁਸ਼ ਹੋ ਕੇ ਤੁਸੀਂ ਬੜਾ ਜ਼ਿੰਦਾ ਦਿਲੀ ਦੇ ਨਾਲ ਜਵਾਬ ਦੇ ਰਹੇ ਹੋ ਮੈਨੂੰ, ਹੈ ਨਾ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਛੇਤੀ ਹਿੰਮਤ ਹਾਰ ਜਾਂਦੇ ਨੇ ਜਾਂ ਕਹਿੰਦੇ ਨੇ ਕਿ ਅਸੀਂ ਇਹ ਕੰਮ ਨਹੀਂ ਕਰਨਾ, ਇਹ ਸਾਡੇ ਲਈ ਛੋਟਾ ਵੱਡਾ ਕੰਮ ਹੈ? ਇੰਡੀਆ ਦੇ ਵਿੱਚ ਅਸੀਂ ਉਹ ਕੰਮ ਕਰਨ ਤੋਂ ਗੁਰੇਜ਼ ਕਰਦੇ, ਬਾਹਰ ਅਸੀਂ ਉਹੀ ਝਾੜੂ ਪੋਚਾ ਕਰਦੇ ਹਾਂ ਜਾ ਕੇ। ਬਾਹਰ ਗਿਆ ਸੀ ਜਦੋਂ ਸਾਡੇ ਭਰਾਵਾਂ ਦੇ ਉੱਤੇ,
ਜਦੋਂ ਨਾ ਅਸੀਂ ਰਸੋਈ ਦੇ ਵਿੱਚ ਰੋਟੀ ਖਾਂਦੇ ਸੀ, ਸਾਡੀ ਭਰਜਾਈ ਜਾਂ ਸਾਡੀਆਂ ਨੂੰਹਾਂ ਉੱਥੇ ਹੈਗੀਆਂ, ਜਦੋਂ ਮੈਂ ਉੱਥੇ ਕੋਈ ਵੀ ਬੰਦਾ ਰੋਟੀ ਖਾਂਦਾ ਨਾ ਥਾਲੀ ਲਾ ਕੇ, ਤਾਂ ਉਹ ਆਪਣੇ ਜਿਹੜੇ ਭਾਂਡੇ ਆ ਨਾ ਉਹ ਆਪ ਰਸੋਈ ਦੇ ਵਿੱਚ ਛੱਡ ਕੇ ਆਉਣੇ ਪੈਂਦੇ ਆ ਹਰ ਬੰਦੇ ਨੂੰ ਹੀ। ਇੱਥੇ ਹੁਣ ਤੁਸੀਂ ਕੋਈ ਰੋਟੀ ਖਾਂਦਾ ਆ ਤਾਂ ਕੋਈ ਕੋਈ ਭਾਂਡੇ ਚੱਕਦਾ, ਕੋਈ ਪਾਣੀ ਦਿੰਦਾ, ਕੋਈ ਕੁਛ ਕਰਦਾ। ਉੱਥੇ ਆਪਣੇ ਆਪ ਹੀ ਭਾਂਡੇ ਧੋਂਦੇ ਆ, ਆਪਣੇ ਆਪ ਹੀ ਕੋਈ ਰੋਟੀਆਂ ਪਕਾਉਂਦਾ, ਕੋਈ ਕੁਛ ਕਰਦਾ। ਉੱਥੇ ਮਿਹਨਤ ਬਹੁਤ ਕਰਦੇ ਆ। ਜਿੰਨੇ ਸਾਰੇ ਵਿਦੇਸ਼ਾਂ ਦੇ ਵਿੱਚ ਦੇਖਿਆ, ਉੱਥੇ ਲੋਕ ਇਸ ਚੀਜ਼ ਦੀ ਸੰਗ ਨਹੀਂ ਕਰਦੇ ਹੈਗੇ ਕਿ ਉਹ ਸਫਾਈ ਕਰਦਾ ਆ, ਉਹ ਕੁਛ ਕਰਦਾ ਆ। ਹੁਣ ਸਾਡਾ ਭਰਾ ਆ ਉੱਥੇ ਜਰਮਨ ਦੇ ਵਿੱਚ, ਉਹਦੀ ਤਨਖਾਹ ਬਹੁਤ ਸੀ, ਉਹ ਕੂੜੇ ਵਾਲੀ ਗੱਡੀ ਢੋਂਦਾ ਹੁੰਦਾ ਸੀਗਾ, ਜਿਹਦੇ ਵਿੱਚ ਕਰੇਨ ਨਾਲ ਕੂੜਾ ਸੁੱਟਣਾ ਅਤੇ ਉਹਨੇ ਕਰੇਨ ਨਾਲ ਜਰਮਨ ਬਾਹਰ ਜਾ ਕੇ ਸੁੱਟ ਜਾਣਾ, ਅਤੇ ਉਹਦੀ ਤਨਖਾਹ ਬਹੁਤ ਸੀ। ਜਿਹੜੀ ਕੂੜੇ ਵਾਲੀ ਗੱਡੀ ਆ ਜਰਮਨ ਦੇ ਵਿੱਚ, ਉਹਨੇ ਉੱਥੇ ਵੀ ਉਹਨੇ ਨੌਕਰੀ ਬਹੁਤ ਕੀਤੀ ਅਤੇ ਉਹ ਵਧੀਆ ਕੰਮ ਹੈ। ਇੱਥੇ ਕੋਈ ਕੂੜੇ ਵਾਲੀ ਗੱਡੀ ਜਾਂ ਹੋਰ ਕੋਈ ਲੈ ਕੇ ਚੱਲ ਜਾਵੇ ਤਾਂ ਬੰਦੇ ਨੂੰ ਸ਼ਰਮ ਮਹਿਸੂਸ ਬਹੁਤ ਹੁੰਦੀ ਆ, ਯਾਰ ਕਹਿਣਾ ਉਹ ਘਟੀਆ ਕੰਮ ਆ, ਉਹ ਵਧੀਆ ਕੰਮ ਆ। ਇੱਥੇ ਊਚ ਨੀਚ ਬਹੁਤ ਆ। ਉੱਥੇ ਲੋਕਾਂ ਨੂੰ ਕਿਸੇ ਦਾ ਨਹੀਂ ਹੈ ਕੋਈ, ਜੇ ਹੁਣ ਕਿਸੇ ਦਾ ਨਾ ਘਰ ਕਿਸੇ ਦਾ ਕੋਈ DSP ਲੱਗਾ ਜਾਂ SSB ਆ, ਜਿਹੜੇ ਉਹਦੇ ਬੱਚੇ ਆ ਉਹ ਜ਼ਿਆਦਾ ਆਪਣੇ ਆਪ ਨੂੰ ਪਰਸਨੈਲਿਟੀ ਬਹੁਤ ਰੱਖਦੇ ਆ। ਲੇਕਿਨ ਉੱਥੇ ਜੇ ਕੋਈ ਕਿਸੇ ਦਾ ਕੋਈ ਡਿਊਟੀ ਕਰਦਾ, ਉਹ ਆਪਣੀ ਡਿਊਟੀ ਕਰੀ ਜਾਵੇ, ਉਹਨਾਂ ਨੂੰ ਮਤਲਬ ਨਹੀਂ ਹੁੰਦਾ ਹੈਗਾ ਕਿ ਸਾਡਾ ਆਹ ਲੱਗਾ। ਕੋਈ ਉੱਦਾਂ ਨਹੀਂ, ਕੋਈ ਕਹਿੰਦਾ ਜਿਵੇਂ ਮੇਰਾ ਜੀ ਪੇ MLA ਆ, ਉਹ ਆ, ਉਹਦੀ ਥੋੜ੍ਹੀ ਜਿਹੀ ਜ਼ੋਰ ਦਿਖਾਉਣਾ, ਉਹ ਉੱਥੇ ਇੱਦਾਂ ਦੀ ਲੋਕ ਨਹੀਂ ਕਰਦੇ ਹੈਗੇ। ਕੀ ਕਹਿਣਾ ਚਾਹੋਗੇ ਇਹਨਾਂ ਲੋਕਾਂ ਨੂੰ ਕਿ ਜਿਹੜੇ ਮਿਹਨਤ ਕਰਨ ਮਿਹਨਤ ਕਰਨ ਲੋਕ ਇੱਥੋਂ ਦੇ, ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਮਿਹਨਤ ਮੈਂ ਤਾਂ ਇਹੀ ਕਹਿੰਦਾ ਕਿ ਜਿਹੜੇ ਲੋਕ ਇੱਥੇ ਦੇ ਨਾ, ਜਿਹੜੇ ਕਿ ਇਸ ਚੀਜ਼ ਤੋਂ ਸ਼ਰਮਿੰਦਗੀ ਕਰਦੇ ਆ, ਉਹਨਾਂ ਨੂੰ ਮਤਲਬ ਪਤਾ ਕੀ ਗੱਲ ਹੈ, ਉਹਨਾਂ ਨੂੰ ਬਹੁਤ ਜਿਹੜਾ ਮਹਿਸੂਸ ਕਰਦਾ ਸ਼ਰਮ ਦੀ ਨਾ, ਉਹ ਮਿਹਨਤ ਕਰਕੇ ਵਧੀਆ ਕਰਕੇ ਚੜ੍ਹਾਈ ਕਰਕੇ ਉਹ ਨਹੀਂ ਜਾ ਸਕਦਾ ਉੱਥੇ ਤੱਕ। ਜਿਹਨੇ ਸ਼ਰਮ ਹੀ ਕਰ ਲਈ ਤਾਂ ਉਹਨੇ ਕੀ ਰੋਟੀ ਰੋਜੀ ਕਮਾਉਣੀ ਆ। ਅਸੀਂ ਤਾਂ ਦੁਕਾਨ ਦੇ ਉੱਤੇ ਆ, ਜੇ ਸਾਡਾ ਮਾੜਾ ਮੋਟਾ ਕੋਈ ਕੰਮ ਚੱਕਣਾ, ਭਾਂਡੇ ਚੱਕਣੇ ਆ, ਜੂਠੇ ਉੱਧਰ ਰੱਖਣੇ ਇੱਧਰ ਰੱਖਣੇ, ਕਿਉਂ? ਸਾਡਾ ਇਹ ਕੰਮ ਆ, ਸਾਡੀ ਰੋਟੀ ਆ, ਅਸੀਂ ਗਾਹਕ ਨੂੰ ਫੇਰਨਸ ਕਰਨਾ ਨਹੀਂ। ਤਾਂ ਜੇ ਗੱਲ ਸ਼ਰਮ ਆਉਂਦੀ ਯਾਰ, ਉਹ ਕੋਈ ਰਿਸ਼ਤੇਦਾਰ ਆ ਗਿਆ, ਕੋਈ ਲੁਕ ਜਾਂਦਾ ਹੈ ਰਿਸ਼ਤੇਦਾਰ ਦੇਖ ਕੇ, ਕੋਈ ਕਿੱਦਾਂ ਨਾ, ਕੋਈ ਸ਼ਰਮ ਨਹੀਂ ਹੈ। ਜੇ ਉੱਥੇ ਹੋਟਲਾਂ ਦੇ ਵਿੱਚ ਵੀ ਬਾਹਰ ਕੋਈ ਲੋਕ ਬਹਿਰਾਗਿਰੀ ਕਰਦੇ ਆ ਜਾਂ ਕਿੱਦਾਂ ਕਰਦੇ ਆ, ਅਤੇ ਅਮਰੀਕਾ 'ਚ ਜਰਮਨ 'ਚ ਤੁਹਾਡੇ ਲੜਕੀਆਂ ਜਿਹੜੀਆਂ ਕਾਊਂਟਰਾਂ ਦੇ ਉੱਤੇ ਖੜੀਆਂ ਆ, ਸਾਰੀਆਂ ਉਹ ਸਾਰਾ ਕੰਮ ਕਰਦੀਆਂ ਉਹ। ਹਾਂ, ਮੈਂ ਦੇਖਿਆ ਵਿਦੇਸ਼ਾਂ ਦੀਆਂ। ਤੁਹਾਡੇ ਨਾਲ ਅਸੀਂ ਗੱਲਬਾਤ ਕੀਤੀ ਹੈ, ਬਹੁਤ ਵਧੀਆ ਲੱਗਾ ਸਾਨੂੰ। ਹੋਰ ਮਿਹਨਤ ਕਰਨ ਦੀ ਜਿਹੜੀ ਮਨ 'ਚ ਚਾਹ ਹੁੰਦੀ ਹੈ, ਤੁਹਾਡੇ ਤੋਂ ਹੋਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਤੁਸੀਂ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਹੋਰ ਤਰੱਕੀ ਕਰਦੇ ਰਹੋ। ਔਰ ਤੁਹਾਡੇ ਬੇਟੇ ਅੱਜ ਪੱਕਾ ਕਹਿੰਦੇ ਹੋਣਗੇ ਕਿ ਬਾਪੂ ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ, ਤੂੰ ਰੇਹੜੀਆਂ 'ਤੇ ਕੱਟੀਆਂ ਤੇ ਅਸੀਂ ਗੱਡੀ ਜੋਗੇ ਹੋ ਗਏ, ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ। ਹਾਂ, ਬਹੁਤ ਵਧੀਆ ਗੱਲ ਆ, ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਆ, ਵਧੀਆ ਹੋਇਆ ਸਾਰਾ ਕੁਝ। ਦੇਖੋ ਜੀ, ਮੈਂ ਇੱਦਾਂ ਚਾਹੁੰਦਾ ਹਾਂ ਕਿ ਹਰ ਬੰਦਾ ਨਾ ਜਿਹੜਾ ਮਿਹਨਤ ਕਰਕੇ ਉੱਪਰ ਨੂੰ ਜਾਂਦਾ ਆ, ਉਹਦੀ ਵਧੀਆ ਗੱਲ ਆ। ਜੇ ਕੋਈ 2 ਨੰਬਰ ਦਾ ਧੰਦਾ ਕਰਦਾ, ਉਹ ਉੱਤੇ ਨੂੰ ਗਿਆ ਅਤੇ ਉਹ ਕਾਹਦਾ ਗਿਆ, ਉਹਦਾ ਨਾਂ ਨਹੀਂ, ਉਹਦੀ ਬਦਨਾਮੀ ਹੁੰਦੀ ਆ। ਅਤੇ ਜਿਹੜਾ ਨਾਂ ਵਧੀਆ ਉੱਚਾ ਜਾਵੇ, ਮਿਹਨਤ ਕਰਕੇ ਜਾਵੇ, ਤਾਂ ਉਹੀ ਬੰਦਾ ਫੇਮਸ ਗਿਣਿਆ ਜਾਂਦਾ ਨਾ। ਜੇ ਕਿਸੇ ਨੂੰ ਕੋਈ ਕਾਸੇ ਤੋਂ ਕੋਈ ਚਿੱਟਾ ਵੇਚ ਕੇ ਉਹ ਵੇਚ ਗਿਆ, ਉਹਦੇ ਵਿੱਚ ਕੋਈ ਤਰੱਕੀ ਨਹੀਂ, ਉਹਦੇ ਵਿੱਚ ਡਿਗਰੀਆਂ ਬਣਾ ਲਈਆਂ, ਕੋਠੀਆਂ ਬਣਾ ਲਈਆਂ, ਉਹ ਵਧੀਆ ਨਹੀਂ ਗੱਲ ਆਉਂਦੀ। ਜਿਹੜਾ ਤੁਸੀਂ ਆਪਣੀ ਮਿਹਨਤ ਕਰਕੇ ਆਪਾਂ ਚੀਜ਼ ਨੂੰ ਬਣਾਉਂਦੇ ਆ, ਮਿਹਨਤ ਕਰਦੇ ਆ, ਆਪਾਂ ਕਹਿੰਦੇ ਨਹੀਂ ਕਿਸੇ ਨੇ ਦਗਾਬਾਜ਼ੀ, ਕਿਸੇ ਦਾ ਧੋਖਾ ਨਹੀਂ ਕਰਨਾ ਹੈਗਾ। ਬਹੁਤ ਧੰਨਵਾਦ ਅੰਕਲ ਜੀ, ਤੁਹਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਸ਼ੁਕਰੀਆ। ਸੋ ਬਿਲਕੁਲ ਜੀ, ਸਨ ਸਾਡੇ ਨਾਲ ਕਿਸ਼ਨ ਲਾਲ ਰੂਸ, ਜਿਨ੍ਹਾਂ ਨੂੰ ਅੱਜ ਨੂਰ ਮਹਿਲ ਦੇ ਵਿੱਚ ਰੂਸ ਨਾਮ ਤੋਂ ਜਾਣਿਆ ਜਾਂਦਾ। ਸੋ ਤੁਸੀਂ ਉਹਨਾਂ ਦੇ ਗੱਲਾਂ ਸੁਣ ਲਈਆਂ ਨੇ ਕਿ ਕਿੱਥੋਂ ਉੱਠੇ ਨੇ, ਕਿਵੇਂ ਉਹਨਾਂ ਦੀ ਸ਼ੁਰੂਆਤ ਹੋਈ ਹੈ ਸਫ਼ਰ ਦੀ, ਔਰ ਕਿਸ ਤਰ੍ਹਾਂ ਅੱਜ ਉਹ ਗੱਡੀਆਂ ਦੇ ਔਰ ਮਹਿੰਗੀਆਂ ਘੜੀਆਂ ਦੇ ਔਰ ਬਹੁਤ ਸੋਹਣੀ ਕੋਠੀ 'ਚ ਖੂਬਸੂਰਤ ਪਰਿਵਾਰ ਦੇ ਨਾਲ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਸ਼ੁਰੂਆਤ ਇੱਕ ਰੇਹੜੀ ਤੋਂ ਕਰਦੇ ਨੇ, ਔਰ ਸਮੋਸਿਆਂ ਵਾਲੇ ਰੇਹੜੀ ਤੋਂ। ਅੱਜ ਇੱਥੇ DC ਜੱਜ ਤੋਂ ਲੈ ਕੇ ਵੱਡੇ ਵੱਡੇ ਲੀਡਰ ਆ ਕੇ ਸਮੋਸੇ ਖਾਣ ਆਉਂਦੇ ਨੇ। ਸਪੈਸ਼ਲ ਲੋਕ ਜਿਹੜੇ ਨੇ ਉਹਨਾਂ ਦੀ ਤਾਰੀਫ ਕਰਦੇ ਨੇ। ਸੋ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੇ ਲੋਕ ਨੇ ਆ ਕੇ ਸਪੈਸ਼ਲ ਇੱਥੇ ਸਮੋਸੇ ਖਾਣ ਆਉਂਦੇ ਨੇ, ਅਤੇ ਪੂਰੇ ਨੂਰ ਮਹਿਲ ਦੇ ਵਿੱਚ ਰੂਸ ਹੋਣਾ ਦੇ ਚਰਚੇ ਹੁੰਦੇ ਨੇ। ਜੇਕਰ ਤੁਸੀਂ ਵੀ ਕਿਤੇ ਨੂਰ ਮਹਿਲ ਆਓ ਤਾਂ ਜ਼ਰੂਰ ਆ ਕੇ ਸਮੋਸੇ ਖਾ ਸਕਦੇ ਹੋ, ਔਰ ਵੱਖਰਾ ਤੁਹਾਨੂੰ ਸਵਾਦ ਜਿਹੜਾ ਜ਼ਰੂਰ ਮਿਲੇਗਾ। ਇਸ ਦੇ ਨਾਲ ਹੁਣ ਤੁਹਾਡੇ ਤੋਂ ਲਵਾਂਗੇ ਆ ਗਿਆ ਸਹਿਯੋਗੀ ਸਾਥੀ ਕਮਲ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।